ਪਹਿਲੇ 7 ਤੋਂ 8 ਅੰਗ ਜਿਵੇਂ ਕੀ ਹੁੰਦਾ ਕਿ ਹੱਥਾਂ ਨੂੰ ਥੁੱਕ ਲਾ ਲਾ ਕੇ ਬਦਲੇ ਨੇ, ਇਸ ਤਰੀਕੇ ਨਾਲ ਗਲੇ ਹੋਏ ਸਨ। ਬਹੁਤ ਰੋਸ਼ ਆਇਆ ਮਨ 'ਚ। ਉਸ ਤੋਂ ਬਾਅਦ ਜਿਵੇਂ ਜਿਵੇਂ ਅੱਗੇ ਵਧੇ ਤੇ ਕਿਤੋਂ ਮਹਾਰਾਜ ਦੇ ਅੰਗ ਮੁੜੇ ਹੋਏ ਸਨ, ਕਿਤੋਂ ਵਿੱਚੋਂ ਕੇਸ ਨਿਕਲ ਰਹੇ ਸਨ। ਮੇਰੀ ਡਿਊਟੀ ਦੇ ਵਿੱਚ ਹੀ 2 ਜਗ੍ਹਾ ਤੋਂ ਕੇਸ ਨਿਕਲੇ ਵੀ ਤੁਸੀਂ ਸਾਨੂੰ 8 ਦਿਨ ਦਾ ਟਾਈਮ ਦੇ ਦਿਓ। 8 ਦਿਨ ਤੋਂ ਬਾਅਦ ਜੋ ਸਾਡੇ ਤੋਂ ਗਲਤੀਆਂ ਹੋਈਆਂ ਨੇ, 8 ਦਿਨ ਤੋਂ ਬਾਅਦ ਸੰਗਰਾਂਦ ਵਾਲੇ ਦਿਨ 17 ਤਰੀਕ ਨੂੰ ਅਸੀਂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਵਾ ਕੇ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਅਸੀਂ ਸਤਿਗੁਰ ਦੇ ਚਰਨਾਂ ਵਿੱਚ ਬੇਨਤੀ ਕਰਕੇ ਮਾफ़ੀ ਮੰਗਾਂਗੇ। ਫਿਰ ਅਸੀਂ ਆਪ ਜੀ ਦੇ ਨਾਲ ਖੁਦ ਜਾ ਕੇ ਮਹਾਰਾਜ ਦਾ ਸਰੂਪ ਹੈ ਜੋ ਆਪ ਜੀ ਦੇ ਸਥਾਨ 'ਤੇ ਛੱਡ ਆਵਾਂਗੇ। ਉਸ ਤੋਂ ਬਾਅਦ ਜਦੋਂ ਅਸੀਂ ਮੌਕੇ 'ਤੇ 4-5 ਬੰਦੇ ਪਹੁੰਚੇ, ਉੱਥੇ ਜਾ ਕੇ ਪਤਾ ਲੱਗਾ ਕਿ ਮਹਾਰਾਜ ਦਾ ਸਰੂਪ ਇੱਥੋਂ ਚੋਰੀ ਹੋ ਗਿਆ। ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਵੀ ਕੀਤੀ। ਕਹਿਣ ਲੱਗਾ ਕਿ ਕੀ ਹੋਇਆ, ਇੱਕ ਕਿਤਾਬ ਹੀ ਤੇ ਸਾਡੇ ਬਾਬਾ ਜੀ ਸਾਨੂੰ 500-700 ਦੀ ਹੋਰ ਲਿਆ ਦੇਣਗੇ। ਬਾਅਦ 'ਚ ਉੱਥੇ ਆਣ ਕੇ ਪਤਾ ਲੱਗਾ ਕਿ ਉਹਨਾਂ ਦਾ ਕੋਈ ਮਹੰਤ ਹੈ, ਉਹ ਮਹਾਰਾਜ ਦੇ ਸਰੂਪ ਨੂੰ ਇੱਥੋਂ ਲੈ ਗਿਆ। 2 ਬੰਦੇ ਆਏ ਨੇ ਗੱਡੀ ਦੇ ਵਿੱਚ, ਉਹ ਆਪਣਾ ਮਹਾਰਾਜ ਦਾ ਸਰੂਪ 2 ਬੰਦੇ ਲੈ ਗਏ ਨੇ। ਕਿ ਉਹ ਬੰਦਾ ਹੈ ਜਿਹੜਾ ਉਹ ਸਰੂਪ ਬਦਲ ਕੇ, ਜਿਹੜਾ ਸਰੂਪ ਇੱਥੋਂ ਲੈ ਕੇ ਗਿਆ, ਉਹ ਸਰੂਪ ਨੂੰ ਆਪਣੀ ਕੁਟੀਆ 'ਚ ਰੱਖ ਕੇ ਦੂਸਰਾ ਸਰੂਪ, ਨਵਾਂ ਸਰੂਪ ਜਾ ਕੇ ਗੁਰਦੁਆਰਾ ਤਰਾਵੜੀ ਸਾਹਿਬ ਵਿਖੇ ਜਮ੍ਹਾਂ ਕਰਵਾ ਹੁੰਦਾ। ਅਸੀਂ ਉਹਨਾਂ ਨੂੰ ਵੀਡੀਓ ਵਿਖਾਈ। ਉਹ ਕਹਿਣ ਲੱਗੇ ਭਾਈ ਸਾਹਿਬ ਇਹ ਸਰੂਪ ਨਹੀਂ ਆਏ ਸਾਡੇ ਕੋਲ। ਅਸੀਂ ਜਾ ਕੇ ਜਦੋਂ ਸਰੂਪ ਦੇ ਦਰਸ਼ਨ ਕੀਤੇ ਤੇ ਉਹ ਮਹਾਰਾਜ ਦੇ ਸਰੂਪ ਨਹੀਂ ਸਨ। ਫਿਰ ਸਾਡੇ ਮਨ 'ਚ ਇੱਕ ਰੋਸ਼ ਪੈਦਾ ਹੋਇਆ ਕਿ ਇਹ ਬੰਦਾ ਸਾਨੂੰ ਸਾਰਿਆਂ ਨੂੰ ਪਾਗਲ ਬਣਾ ਰਿਹਾ। ਫਿਰ ਸਾਡੇ ਮਨ 'ਚ ਇੱਕ ਸ਼ੰਕਾ ਪੈਦਾ ਹੋ ਗਿਆ ਕਿ ਇਹਦੇ ਕੋਲ ਸਰੂਪ ਹੋਰ ਵੀ ਨੇ। ਫਿਰ ਜਦੋਂ 14 ਤਰੀਕ ਨੂੰ ਉਸ ਦੇ ਉੱਤੇ ਪ੍ਰਭਾਵ ਪਿਆ, ਪ੍ਰੈਸ਼ਰ ਪਿਆ, ਤੇ ਉਹਨੇ 2 ਸਰੂਪ ਆਪਣੀ ਕੁਟੀਆ ਦੇ ਵਿੱਚੋਂ ਦਿੱਤੇ। ਉਸ ਟਾਈਮ ਡੇਰੇ ਤੋਂ 2 ਸਰੂਪ ਬਰਾਮਦ ਕੀਤੇ ਜਾਂਦੇ, ਬਕਾਇਦਾ ਪੁਲਿਸ ਨਾਲ, ਬਕਾਇਦਾ ਪੁਲਿਸ ਵੀ ਨਾਲ ਸੀ, ਮੀਡੀਆ ਸ਼ਾਇਦ ਆਪ ਵੀ ਕਵਰੇਜ ਕਰ ਰਹੇ ਸੋ। ਉਸ ਦੇ ਉੱਤੇ ਮਹਾਰਾਜ ਦੇ ਸਰੂਪ ਸਨ। ਫਿਰ ਉੱਤੇ ਪਲਕਾਂ ਸਨ। ਉੱਤੇ ਕੋਈ ਚੰਦੋਆ ਸਾਹਿਬ ਨਹੀਂ, ਕੋਈ ਉੱਥੇ ਚੌਰ ਸਾਹਿਬ ਨਹੀਂ ਹੈ। ਅਟੈਚ ਬਾਥਰੂਮ ਦਾ ਉਹ ਕਮਰਾ ਹੈ ਜਿਹਦੇ ਵਿੱਚ 2 ਸਰੂਪ ਮਿਲੇ ਨੇ। ਐਡਾ ਵੱਡਾ ਉਸਨੇ ਬੱਜਰ ਕੁਰੈਤ ਕੀਤੀ ਹੋਈ ਹੈ, ਐਡੀ ਵੱਡੀ ਉਸਨੇ ਬੇਅਦਬੀ ਕੀਤੀ ਹੋਈ ਹੈ। ਅਗਰ ਉਹ ਸਾਹਮਣੇ ਆ ਕੇ ਮਾफ़ੀ ਨਹੀਂ ਮੰਗਤਾ ਤਾਂ ਉਸ ਨੂੰ ਮਾਫ਼ੀਨਾਮਾ ਕਿਵੇਂ ਦਿੱਤਾ ਜਾਏ। ਕੁਟੀਆ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ, ਉੱਥੇ ਨਾਲ ਹੀ ਇੱਕ ਪੀੜੇ ਤੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ, ਦੂਜੇ ਪੀੜੇ ਤੇ ਗੀਤਾ ਦਾ ਪ੍ਰਕਾਸ਼ ਕਰਦੇ ਸਨ। ਕੀ ਇਹ ਗੁਰਮਤ ਹੈ? ਉੱਥੇ ਹੀ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਾਈ ਜਾਂਦੀਆਂ, ਯਾਨੀ ਕਿ ਇਹ ਗੁਰਮਤ ਹੈ। ਸਾਨੂੰ ਫਿਰ ਮੰਗਲੌਰੇ ਚੌਂਕੀ ਦੇ ਵਿੱਚ ਸੱਦਿਆ ਜਾਂਦਾ ਕਿ ਤੁਸੀਂ 4 ਬੰਦੇ ਆ ਜਾਓ। 4 ਬੰਦੇ ਅਸੀਂ ਆਉਂਦੇ ਹਾਂ, ਆਪਾਂ ਬਹਿ ਕੇ ਗੱਲ ਕਰਨੇ ਆ। ਅਸੀਂ ਜਦੋਂ ਉੱਥੇ ਸਾਡੇ 4 ਵੀ ਨਹੀਂ ਜਾਂਦੇ, ਸਾਡੇ 3 ਬੰਦੇ ਜਾਂਦੇ ਨੇ। ਉਹ ਅੱਗੇ 200 ਬੰਦਾ ਲੈ ਕੇ ਉੱਥੇ ਚੌਂਕੀ 'ਚ ਬੈਠਾ ਹੁੰਦਾ ਹੈ। ਉਹ ਸਾਡੇ ਉੱਤੇ ਇੰਨਾ ਪ੍ਰੈਸ਼ਰ ਬਣਾ ਰਿਹਾ, ਉਹ ਸਾਨੂੰ ਵਿਖਾ ਰਿਹਾ ਕਿ ਮੇਰੇ ਪਿੱਛੇ ਪਬਲਿਕ ਬਹੁਤ ਹੈ ਕਿ ਮੈਂ ਤੁਹਾਡੇ ਤੋਂ ਮਾफ़ੀ ਨਹੀਂ ਮੰਗਾਂਗਾ। ਅਸੀਂ ਰਾਤੀ ਕਾਲ ਦੇ ਚੁੱਕੇ ਸੀ ਕਿ 25 ਤਰੀਕ ਸਵੇਰੇ 10 ਵਜੇ ਜਿਹੜਾ ਅਨਿਸ਼ਚਿਤਕਾਲ ਭੁੱਖ ਹੜਤਾਲ ਤੇ ਡੀਸੀ ਆਫਿਸ ਸਾਹਮਣੇ ਕਰਨਾਲ ਬੈਠ ਜਾਵੇਗਾ। ਹੁਣ ਸਾਨੂੰ ਭਾਰਤ ਦੀ ਨਿਆਂ ਪ੍ਰਣਾਲੀ ਤੇ ਨਾ ਵਿਸ਼ਵਾਸ ਰਿਹਾ ਹੈ ਔਰ ਨਾ ਹੀ ਰਹੇਗਾ। ਤੁਸੀਂ ਵੇਖ ਸਕਦੇ ਹੋ 1984 ਦੇ ਸੱਜਣ ਕੁਮਾਰ ਨੂੰ ਕੱਲ ਬਰੀ ਕਰ ਦਿੱਤਾ ਗਿਆ ਹੈ। ਕਿੱਥੋਂ ਤੱਕ ਵਿਸ਼ਵਾਸ ਕਰੀਏ। ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਜੁੜੇ ਹੋਏ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਤੇ ਮੈਂ ਹਰਜੀਤ ਕੌਰ। ਇਸ ਵਕਤ ਅਸੀਂ ਨਗਲਾ ਮੇਗਾ ਪਹੁੰਚੇ ਹੋਏ ਹਾਂ, ਜਿੱਥੇ ਪਹਿਲਾਂ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਕਿਸ ਤਰ੍ਹਾਂ ਮਹੰਤ ਅਸ਼ੋਕ ਦਾਸ ਇੱਥੋਂ ਸਰੂਪ ਲਿਆ ਜਾਂਦਾ ਆ, ਮਾਮਲਾ ਪੂਰਾ ਸਾਰਿਆਂ ਨੂੰ ਹੀ ਪਤਾ। ਜਿਸ ਤਰੀਕੇ ਨਾਲ ਪਹਿਲਾਂ ਕਾਰਵਾਈ ਵੀ ਕੀਤੀ ਗਈ ਆ, 2 ਸਰੂਪ ਆ ਜਿਹੜੇ ਉਹ ਮਹੰਤ ਅਸ਼ੋਕ ਦਾਸ ਦੇ ਡੇਰੇ 'ਚੋਂ ਲਿਆਂਦੇ ਜਾਂਦੇ ਨੇ। 295 ਧਾਰਾ ਵੀ ਲਾਈ ਜਾਂਦੀ ਹੈ, ਪਰ ਅਜੇ ਵੀ ਨਗਲਾ ਮੇਗਾ ਦੀ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਬਹੁਤ ਰੋਸ਼ ਹੈ ਕਿਉਂਕਿ ਕਾਰਵਾਈ ਨਹੀਂ ਕੀਤੀ ਗਈ। ਕਿਤੇ ਨਾ ਕਿਤੇ ਉਹਨਾਂ ਦਾ ਕਹਿਣਾ ਹੈਗਾ ਕਿ 295 ਜੇ ਧਾਰਾ ਲਾ ਦਿੱਤੀ ਗਈ ਆ ਤਾਂ ਫਿਰ ਅਰੈਸਟਿੰਗ ਕਿਉਂ ਨਹੀਂ ਹੋਈ। ਤੇ ਨਵਾਂ ਮੋੜ ਹੋਰ ਨਜ਼ਰ ਆਇਆ ਕਿਉਂਕਿ ਕਿਤੇ ਨਾ ਕਿਤੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਸੰਗਤ ਦਾ ਰੋਸ਼ ਵੀ ਹੈ। ਥੋੜੇ ਹੀ ਦਿਨਾਂ ਦੇ ਵਿੱਚ ਇਹਨਾਂ ਦਾ ਇਹ ਵੀ ਕਿਹਾ ਜਾ ਰਿਹਾ ਕਿ ਐਕਸ਼ਨ ਵੀ ਕੋਈ ਲਿਆ ਜਾਏਗਾ ਜੇ ਉਹਨਾਂ ਦੀ ਅਰੈਸਟਿੰਗ ਨਹੀਂ ਹੁੰਦੀ। ਗੱਲਬਾਤ ਕਰ ਲਾਂਗੇ, ਮਾਮਲਾ ਦੁਬਾਰਾ ਤੋਂ ਜਾਣ ਲਾਂਗੇ ਕਿਉਂਕਿ ਸਾਡੇ ਨਾਲ ਜਿਹੜੇ ਗ੍ਰੰਥੀ ਸਿੰਘ ਮੌਜੂਦ ਨੇ, ਇਹਨਾਂ ਨੇ ਹੀ ਉਹ ਮਾਮਲਾ ਜਿਹੜਾ ਨਗਲਾ ਮੇਗਾ ਚੁੱਕਿਆ ਸੀ। ਕਿਉਂਕਿ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਕਰਵਾਏ ਗਏ ਕਿਸੇ ਦੇ ਘਰ, ਤਾਂ ਉਸ ਸਮੇਂ ਉਸ ਸਰੂਪ ਦੇ ਦਰਸ਼ਨ ਕੀਤੇ ਗਏ ਜਿਨ੍ਹਾਂ ਦੀ ਬੇਅਦਬੀ ਹੋਈ ਸੀ। ਸੋ ਗੱਲਬਾਤ ਉੱਥੋਂ ਹੀ ਸ਼ੁਰੂ ਕਰ ਲੈਣੇ ਕਿਉਂਕਿ ਨਗਲਾ ਮੇਗਾ ਪਿੰਡ ਪਹੁੰਚੇ ਹੋਏ ਆ ਤੇ ਕਿਵੇਂ ਸਾਰਾ ਮਾਮਲਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਸੀ, ਤਾਂ ਹੁਣ ਜਿਹੜੀ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਆ ਅਜੇ ਉਹ ਵੀ ਕਿਉਂ ਨਹੀਂ ਨਜ਼ਰ ਆ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਹ ਗੱਲ ਹੈ 8 ਤਰੀਕ ਦੀ, ਜਦੋਂ ਨਗਲਾ ਮੇਗਾ ਦੇ ਪਿੰਡ ਦੇ ਵਿੱਚ ਰਹਿਣ ਵਾਲੇ ਇੱਕ ਸਰਦਾਰ ਕੁਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਇਆ, ਇੱਕ ਉਸੇ ਹੀ ਪਿੰਡ ਦੇ ਵਿੱਚ ਕੁਟੀਆ ਹੈ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ। ਉਸ ਪਰਿਵਾਰ ਦੇ ਜਿੱਦ ਕਰਨ ਤੋਂ ਉੱਥੋਂ ਸਰੂਪ ਲਿਆਂਦਾ ਗਿਆ। ਜਦੋਂ
ਅਰਦਾਸ ਹੋ ਕੇ ਹੁਕਮਨਾਮਾ ਸਾਹਿਬ ਹੋ ਕੇ ਆਗਿਆ ਮੰਗੀ ਗਈ ਵੀ ਸਤਿਗੁਰੂ ਜੀ ਤੋਂ ਆਗਿਆ ਮੰਗ ਲਈ ਸੀ ਅਖੰਡ ਪਾਠ ਸਾਹਿਬ ਆਰੰਭ ਕਰਨ ਵਾਸਤੇ। ਜਦੋਂ ਹੁਕਮਨਾਮਾ ਸਾਹਿਬ ਲੈ ਕੇ ਤੇ ਅਖੰਡ ਪਾਠ ਸਾਹਿਬ ਆਰੰਭ ਕਰਨ ਲੱਗੇ ਸੀ, ਸ਼ੁਰੂ ਤੋਂ ਮਹਾਰਾਜ ਦਾ ਸਰੂਪ ਖੋਲ੍ਹਿਆ ਤੇ ਵੇਖਿਆ ਕਿ ਮਹਾਰਾਜ ਦੇ ਅੰਗਾਂ ਦੀ ਬਹੁਤ ਜ਼ਿਆਦਾ ਬੇਅਦਬੀ ਹੋਈ ਔਰ ਫਿਰ ਜਦੋਂ ਅੱਗੇ ਵੇਖਿਆ ਤੇ ਪਹਿਲੇ 7 ਤੋਂ 8 ਅੰਗ ਜਿਵੇਂ ਕੀ ਹੁੰਦਾ ਕਿ ਹੱਥਾਂ ਨੂੰ ਥੁੱਕ ਲਾ ਕੇ ਬਦਲੇ ਨੇ, ਇਸ ਤਰੀਕੇ ਨਾਲ ਗਲੇ ਹੋਏ ਸਨ। ਬਹੁਤ ਰੋਸ਼ ਆਇਆ ਮਨ 'ਚ। ਚਲੋ ਉਸ ਟਾਈਮ ਅਸੀਂ ਅਰਦਾਸ ਕਰਕੇ ਮਹਾਰਾਜ ਤੋਂ ਹੁਕਮਨਾਮਾ ਸਭ ਲੈ ਕੇ ਆਰੰਭਤਾ ਦੀ ਕਰ ਚੁੱਕੇ ਸਾਂ। ਉਸ ਟਾਈਮ ਅਸੀਂ ਨਹੀਂ ਕੁਝ ਬੋਲੇ। ਉਸ ਤੋਂ ਬਾਅਦ ਜਿਵੇਂ ਅੱਗੇ ਵਧੇ ਤੇ ਕਿਤੋਂ ਮਹਾਰਾਜ ਦੇ ਅੰਗ ਮੁੜੇ ਹੋਏ ਸਨ, ਕਿਤੋਂ ਵਿੱਚੋਂ ਕੇਸ ਨਿਕਲ ਰਹੇ ਸਨ। ਮੇਰੀ ਡਿਊਟੀ ਦੇ ਵਿੱਚ ਹੀ 2 ਜਗ੍ਹਾ ਤੋਂ ਕੇਸ ਨਿਕਲੇ, ਜੋ ਕਿ ਇੱਕ ਵਾਰ ਮੈਂ 2 ਕੇਸ ਰੁਮਾਲ ਦੇ ਨਾਲ ਸਾਫ਼ ਕਰੇ। ਫਿਰ ਮੈਂ ਇੱਕ ਕਿਸੇ ਪਰਿਵਾਰ ਦੇ ਉਸੇ ਪਰਿਵਾਰ ਦਾ ਕੋਈ ਰਿਸ਼ਤੇਦਾਰ ਆਇਆ ਸੀ ਤੇ ਉਹਨੂੰ ਇਸ਼ਾਰਾ ਕਰਕੇ ਮੈਂ ਉਹ ਕੇਸ ਚੁਕਵਾਏ। ਚਲੋ ਜੀ, ਮਨ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਪੈਦਾ ਹੋਇਆ, ਪਰ ਉਸ ਟਾਈਮ ਅਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਸਤਿਗੁਰੂ ਜੀ ਦਾ ਪ੍ਰਕਾਸ਼ ਹੋ ਚੁੱਕਿਆ ਸੀ। ਅਖੰਡ ਪਾਠ ਸਾਹਿਬ ਜੀ ਆਰੰਭ ਹੋ ਚੁੱਕੇ ਹਨ। ਅਸੀਂ ਭੋਗ ਪੈਣ ਤੱਕ ਅਸੀਂ ਵੇਟ ਕੀਤੀ। ਭੋਗ ਪੈ ਗਿਆ ਜਦੋਂ ਅਸੀਂ ਉਸ ਤੋਂ ਉਪਰੰਤ ਅਰਦਾਸ ਹੋਣ ਤੋਂ ਬਾਅਦ ਫਿਰ ਅਸੀਂ ਸਾਰੀ ਸਿੱਖ ਸੰਗਤ ਨੂੰ ਮਹਾਰਾਜ ਦੇ ਸਰੂਪ ਦੇ ਦਰਸ਼ਨ ਕਰਵਾਏ, ਵੀਡੀਓ ਬਣਾ ਕੇ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਤੋਂ ਸੇਵਾ ਨਹੀਂ ਹੁੰਦੀ, ਅਸੀਂ ਮਹਾਰਾਜ ਜੀ ਦਾ ਸਰੂਪ ਆਪਣੇ ਸਥਾਨ 'ਤੇ ਲੈ ਜਾਂਦੇ ਹਾਂ, ਅਸੀਂ ਉੱਥੇ ਸੇਵਾ ਸੰਭਾਲ ਕਰਾਂਗੇ 2-4 ਦਿਨ ਬਾਅਦ। ਉਸ ਤੋਂ ਬਾਅਦ ਅਸੀਂ ਗੁਰਦੁਆਰਾ ਤਰਾਵੜੀ ਵਿਖੇ ਅਸੀਂ ਮਹਾਰਾਜ ਦਾ ਸਰੂਪ ਜਮ੍ਹਾਂ ਕਰਵਾ ਦਾਂਗੇ ਸੇਵਾ ਸੰਭਾਲ ਵਾਸਤੇ, ਕਿਉਂਕਿ ਬਿਰਧ ਹੋ ਚੁੱਕਿਆ ਹੈ। ਪਰ ਉਹਨਾਂ ਦੇ ਕਹਿਣ 'ਤੇ ਕੁਝ ਸੰਗਤ ਦੇ ਵਿੱਚੋਂ ਸੰਗਤ ਉੱਠੀ, ਉਹਨਾਂ ਨੇ ਹੱਥ ਜੋੜੇ। ਕੁਝ ਮਾਈਆਂ ਸਨ, ਉਹਨਾਂ ਦੀ ਅੱਖਾਂ 'ਚ ਅੱਥਰੂ ਆ ਗਏ ਵੀ ਤੁਸੀਂ ਸਾਨੂੰ 8 ਦਿਨ ਦਾ ਟਾਈਮ ਦੇ ਦਿਓ। 8 ਦਿਨ ਤੋਂ ਬਾਅਦ ਜੋ ਸਾਡੇ ਤੋਂ ਗਲਤੀਆਂ ਹੋਈਆਂ ਨੇ, 8 ਦਿਨ ਤੋਂ ਬਾਅਦ ਸੰਗਰਾਂਦ ਵਾਲੇ ਦਿਨ 17 ਤਰੀਕ ਨੂੰ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਵਾ ਕੇ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਅਸੀਂ ਸਤਿਗੁਰ ਦੇ ਚਰਨਾਂ ਵਿੱਚ ਬੇਨਤੀ ਕਰਕੇ ਮਾफ़ੀ ਮੰਗਾਂਗੇ। ਫਿਰ ਅਸੀਂ ਆਪ ਜੀ ਦੇ ਨਾਲ ਖੁਦ ਜਾ ਕੇ ਮਹਾਰਾਜ ਦਾ ਸਰੂਪ ਹੈ ਜੋ ਆਪ ਜੀ ਦੇ ਸਥਾਨ 'ਤੇ ਛੱਡ ਆਵਾਂਗੇ। ਅਸੀਂ ਉਹਨਾਂ ਨੂੰ ਕਹਿਣ ਲੱਗੇ ਕਿ 17 ਤਰੀਕ ਨੂੰ ਸਾਡਾ ਟਾਈਮ ਨਹੀਂ ਹੁੰਦਾ, 17 ਤਰੀਕ ਨੂੰ ਸੰਗਰਾਂਦ ਵਾਲੇ ਦਿਨ ਅਸੀਂ ਬਿਜੀ ਹੁੰਦੇ ਹਾਂ, ਅਸੀਂ 18 ਨੂੰ ਆ ਜਾਂਦੇ ਹਾਂ। 18 ਨੂੰ ਅਸੀਂ ਇਹ ਕਹਿ ਕੇ ਉਹਨਾਂ ਤੋਂ ਟਾਈਮ ਲੈ ਕੇ ਆ ਗਏ ਹਾਂ। ਆਉਣ ਤੋਂ ਬਾਅਦ ਅਗਲੇ ਦਿਨ 11 ਤਰੀਕ ਨੂੰ ਸ਼ਾਮ ਨੂੰ ਫੋਨ ਆਉਂਦਾ ਕਿ ਬਾਬਾ ਜੀ ਜਦੋਂ ਆਪ ਜੀ ਦੇ ਨਾਲ ਸਾਡੀ 18 ਤਰੀਕ ਦੀ ਗੱਲ ਹੋਈ ਸੀ, ਤੁਸੀਂ ਸਰੂਪ ਕਿਉਂ ਲੈ ਗਏ? ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਨਹੀਂ ਆਏ। ਉਸ ਤੋਂ ਬਾਅਦ ਜਦੋਂ ਅਸੀਂ ਮੌਕੇ 'ਤੇ 4-5 ਬੰਦੇ ਪਹੁੰਚੇ, ਉੱਥੇ ਜਾ ਕੇ ਪਤਾ ਲੱਗਾ ਕਿ ਮਹਾਰਾਜ ਦਾ ਸਰੂਪ ਇੱਥੋਂ ਚੋਰੀ ਹੋ ਗਿਆ। ਅਸੀਂ ਜਾ ਕੇ ਮੰਗਲੌਰਾ ਚੌਂਕੀ ਵਿਖੇ ਰਿਪੋਰਟ ਕਰਵਾਈ। ਰਿਪੋਰਟ ਕਰਵਾਉਣ ਤੋਂ ਬਾਅਦ ਅਸੀਂ ਜਦੋਂ ਪਿੰਡ 'ਚ ਵਾਪਸ ਆਏ, ਉੱਥੋਂ ਦੇ ਜੋ ਕੁਝ ਖੱਤਰੀ ਸਿੰਘ ਸਨ, ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਬਦਤਮੀਜ਼ੀ ਵੀ ਕੀਤੀ। ਕਹਿਣ ਲੱਗਾ ਕਿ ਕੀ ਹੋਇਆ, ਇੱਕ ਕਿਤਾਬ ਹੀ ਤੇ ਹੈ, ਸਾਡੇ ਬਾਬਾ ਜੀ ਸਾਨੂੰ 500-700 ਦੀ ਹੋਰ ਲਿਆ ਦੇਣਗੇ। ਬਾਅਦ 'ਚ ਉੱਥੇ ਆਣ ਕੇ ਪਤਾ ਲੱਗਾ ਕਿ ਉਹਨਾਂ ਦਾ ਕੋਈ ਮਹੰਤ ਏ, ਉਹ ਮਹਾਰਾਜ ਦੇ ਸਰੂਪ ਨੂੰ ਇੱਥੋਂ ਲੈ ਗਿਆ। 2 ਬੰਦੇ ਆਏ ਨੇ ਗੱਡੀ ਦੇ ਵਿੱਚ, ਉਹ ਆਪਣਾ ਮਹਾਰਾਜ ਦਾ ਸਰੂਪ 2 ਬੰਦੇ ਲੈ ਗਏ ਨੇ। ਤਾਂ ਉਸ ਤੋਂ ਬਾਅਦ ਅਸੀਂ ਸੰਗਤ ਇਕੱਠੀ ਕਰਨ ਤੋਂ ਬਾਅਦ ਫਿਰ ਕੀ ਹੋਇਆ ਕਿ ਉੱਥੇ ਮਾਹੌਲ ਥੋੜ੍ਹਾ ਜਿਹਾ ਗਰਮ ਵੀ ਹੋ ਗਿਆ। ਗਰਮ ਹੋਣ ਤੋਂ ਬਾਅਦ ਤਰਾਵੜੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਆਏ, ਉਹਨਾਂ ਨੇ ਕਿ ਆਪਣੇ ਹੱਥ 'ਚ ਲਿਆ। ਉਹ ਕਹਿਣ ਲੱਗੇ ਕਿ ਕੋਈ ਗੱਲ ਨਹੀਂ, ਆਪਾਂ ਇਹਨਾਂ ਨਾਲ ਬੈਠ ਕੇ ਸਵੇਰੇ ਗੱਲ ਕਰਾਂਗੇ। ਡੇਰਾ ਕਾਰ ਸੇਵਾ ਕਰਨਾਲ ਦੇ ਗੱਲ ਹੋਈ ਕਿ ਆਪਾਂ ਸਵੇਰੇ 10 ਵਜੇ ਉੱਥੇ ਗੱਲ ਕਰਨੇ ਆ, ਬੈਠ ਕੇ ਪੰਚਾਇਤ ਕਰਾਂਗੇ। ਅਗਰ ਇਹ ਪਰਿਵਾਰ ਆ ਜਾਂਦਾ, ਆਪਣੀ ਗਲਤੀ ਮੰਨਦਾ, ਤੇ ਆਪਾਂ ਇਹਨਾਂ ਨੂੰ ਕੁਛ ਨਹੀਂ ਕਵਾਂਗੇ। ਅਸੀਂ ਉੱਥੇ ਪਹੁੰਚੇ ਹਾਂ 10 ਵਜੇ, 10 ਵੱਜ ਕੇ 11-12, ਯਾਨੀ ਕਿ ਪੂਰਾ ਦਿਨ ਅਸੀਂ ਕੋਈ ਪਰਿਵਾਰ ਦਾ ਸਦੱਸਿਆ ਨਹੀਂ ਆਇਆ। 2 ਵਜੇ ਤੱਕ ਵੇਟ ਕੀਤੀ, ਕੋਈ ਨਹੀਂ ਆਇਆ। ਫਿਰ ਅਸੀਂ ਸਿੱਖ ਸੰਗਤ ਨੇ ਰਲ ਕੇ ਉਹਨਾਂ ਦੇ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ। ਅਸੀਂ ਜਾ ਕੇ ਡੀਸੀ ਸਾਹਿਬ, ਐਸਪੀ ਸਾਹਿਬ ਦੇ ਦਫ਼ਤਰ ਗਏ। ਫਿਰ ਉੱਥੇ ਐਸਪੀ ਸਾਹਿਬ ਮਿਲੇ ਨਹੀਂ। ਅਸੀਂ ਡੀਐਸਪੀ ਸਾਹਿਬ ਨੂੰ ਆਪਣੀ ਰਿਪੋਰਟ ਲਿਖਵਾ ਕੇ ਆਏ। ਉਹਦੇ ਉੱਤੇ ਫਿਰ ਵੀ ਕੋਈ ਕਾਰਵਾਈ ਨਹੀਂ ਹੁੰਦੀ। ਫਿਰ ਅਸੀਂ 2 ਦਿਨ ਬਾਅਦ, ਯਾਨੀ ਕਿ 13 ਛੱਡ ਕੇ 14 ਤਰੀਕ ਨੂੰ ਅਸੀਂ ਇੱਕ ਵੱਡੀ ਮੀਟਿੰਗ ਇਕੱਠੀ ਕੀਤੀ। ਜਾ ਕੇ ਅਸੀਂ ਉੱਥੇ ਥਾਣਾ ਮਧੂਬਨ ਵਿਖੇ ਜਾ ਕੇ ਅਸੀਂ ਰੋਸ ਪ੍ਰਦਰਸ਼ਨ ਕੀਤਾ ਤੇ ਉੱਥੇ ਜਾ ਕੇ ਸਾਡੀ ਰਿਪੋਰਟ ਹੋ ਗਈ, ਉਹਨਾਂ ਦੇ ਖਿਲਾਫ FIR ਕੱਟੀ ਗਈ। ਜਦੋਂ ਉਹਨਾਂ ਦੇ ਉੱਤੇ ਦਬਾਅ ਪਿਆ, ਉਹਨਾਂ ਨੇ ਕੀ ਕੰਮ ਕੀਤਾ, ਸਾਨੂੰ 2 ਸਰੂਪ ਹੋਰ ਦਿੱਤੇ ਉੱਥੋਂ। ਉਹਨਾਂ ਨੇ ਸਭ ਤੋਂ ਵੱਡੀ ਚਲਾਕੀ, ਪਹਿਲਾਂ ਤਾਂ ਕਿਤੇ ਇਹ ਸੀਗਾ ਕਿ ਇੱਕ ਸਰੂਪ ਆ ਜਿਹੜਾ ਬਿਰਧ ਹੋ ਚੁੱਕਾ ਆ, ਉਹਦੀ ਹੀ ਬੇਅਦਬੀ ਹੋਈ, ਉਹੀ ਚੋਰੀ ਹੁੰਦਾ ਆ ਨਗਲਾ ਮੇਗਾ ਕੁਟਿਆ ਦੇ ਵਿੱਚੋਂ। ਤਾਂ ਫਿਰ ਪਤਾ ਲੱਗਦਾ ਕਿ 2 ਸਰੂਪ ਹੋਰ ਸੀ ਤੁਹਾਡੀ ਕਾਰਵਾਈ ਕਰਨ ਤੇ। ਹਾਂਜੀ। ਜਦੋਂ ਅਸੀਂ 12 ਤਰੀਕ ਨੂੰ ਗੁਰਦੁਆਰਾ ਡੇਰਾ ਕਾਰ ਸੇਵਕ ਪਹੁੰਚਨੇ ਆ ਤੇ ਸਾਨੂੰ ਪਤਾ ਲੱਗਦਾ ਕਰੀਬਨ 12-12:30 ਵਜੇ ਕਿ ਉਹ ਬੰਦਾ ਹੈ ਜਿਹੜਾ ਉਹ ਸਰੂਪ ਬਦਲ ਕੇ, ਜਿਹੜਾ ਸਰੂਪ ਇੱਥੋਂ ਲੈ ਕੇ ਗਿਆ, ਉਹ ਸਰੂਪ ਨੂੰ ਆਪਣੀ ਕੁਟੀਆ 'ਚ ਰੱਖ ਕੇ ਦੂਸਰਾ ਸਰੂਪ, ਨਵਾਂ ਸਰੂਪ ਜਾ ਕੇ ਗੁਰਦੁਆਰਾ ਤਰਾਵੜੀ ਸਾਹਿਬ ਵਿਖੇ ਜਮ੍ਹਾਂ ਕਰਵਾ ਹੁੰਦਾ। ਉਸ ਤੋਂ ਬਾਅਦ ਸਾਨੂੰ ਹੋਰ ਪਤਾ ਲੱਗਾ, ਮੇਰੇ ਮਨ 'ਚ ਇੱਕ ਵਹਿਮ ਆਇਆ ਕਿ ਜਦੋਂ ਇਹ ਬੰਦਾ
ਸਰੂਪ ਜਮ੍ਹਾਂ ਕਰਵਾ ਕੇ ਆਇਆ। ਮੈਂ ਉਹਨਾਂ ਮੈਨੇਜਮੈਂਟ ਕਮੇਟੀ ਦੇ ਅੱਗੇ ਇੱਕ ਗੱਲ ਰੱਖੀ ਕਿ ਮੈਂ ਸਰੂਪ ਦੇ ਦਰਸ਼ਨ ਕਰਨੇ ਨੇ, ਕਿਉਂਕਿ ਜਿਹੜਾ ਸਰੂਪ ਅਸੀਂ ਪ੍ਰਕਾਸ਼ ਕੀਤਾ ਸੀ ਉਹ ਸਰੂਪ ਮੈਂ ਵੇਖਿਆ ਹੋਇਆ, ਹੋਰ ਤੁਹਾਡੇ ਚੋਂ ਕਿਸੇ ਨੇ ਨਹੀਂ ਵੇਖਿਆ। ਮੈਂ ਦਰਸ਼ਨ ਕਰਨੇ ਨੇ ਕਿ ਉਹ ਸਰੂਪ ਹੈ ਜਾਂ ਨਹੀਂ ਹੈ। ਬਿਲਕੁਲ। ਅਸੀਂ ਜਾ ਕੇ ਤਰਾਵੜੀ ਗੁਰਦੁਆਰਾ ਸਾਹਿਬ ਜਦੋਂ ਅਸੀਂ ਜਾ ਕੇ ਦਰਸ਼ਨ ਕੀਤੇ, ਸਭ ਤੋਂ ਪਹਿਲਾਂ ਹੀ ਉੱਥੇ ਮੀਤ ਗ੍ਰੰਥੀ ਨੇ ਭਾਈ ਰਾਣਾ ਪ੍ਰਤਾਪ ਜੀ, ਅਸੀਂ ਉਹਨਾਂ ਨੂੰ ਵੀਡੀਓ ਵਿਖਾਈ। ਉਹ ਕਹਿਣ ਲੱਗੇ ਭਾਈ ਸਾਹਿਬ ਇਹ ਸਰੂਪ ਨਹੀਂ ਆਏ ਸਾਡੇ ਕੋਲ। ਅਸੀਂ ਜਾ ਕੇ ਜਦੋਂ ਸਰੂਪ ਦੇ ਦਰਸ਼ਨ ਕੀਤੇ ਤੇ ਉਹ ਮਹਾਰਾਜ ਦੇ ਸਰੂਪ ਨਹੀਂ ਸਨ। ਫਿਰ ਸਾਡੇ ਮਨ 'ਚ ਇੱਕ ਰੋਸ਼ ਪੈਦਾ ਹੋਇਆ ਕਿ ਇਹ ਬੰਦਾ ਸਾਨੂੰ ਸਾਰਿਆਂ ਨੂੰ ਪਾਗਲ ਬਣਾ ਰਿਹਾ। ਅਸੀਂ ਉਸ 'ਤੇ ਵੀ ਹੋ ਸਕਦਾ ਕਿ ਅਸੀਂ ਚੁੱਪ ਕਰ ਜਾਂਦੇ। ਅਗਰ ਜਿਹੜਾ ਇੱਥੋਂ ਸਰੂਪ ਲੈ ਕੇ ਗਿਆ ਸੀ ਉਹੀ ਸਰੂਪ ਜਮ੍ਹਾਂ ਕਰਵਾ ਦਿੰਦੇ ਤੇ ਸਾਡੇ ਮਨ ਸ਼ਾਂਤੀ ਹੁੰਦੀ, ਚਲੋ ਇਹਦੇ ਕੋਲ ਇੱਕ ਹੀ ਸਰੂਪ ਸੀ। ਫਿਰ ਸਾਡੇ ਮਨ 'ਚ ਇੱਕ ਸ਼ੰਕਾ ਪੈਦਾ ਹੋ ਗਿਆ ਕਿ ਇਹਦੇ ਕੋਲ ਸਰੂਪ ਹੋਰ ਵੀ ਨੇ। ਫਿਰ ਜਦੋਂ 14 ਤਰੀਕ ਨੂੰ ਉਸ ਦੇ ਉੱਤੇ ਪ੍ਰਭਾਵ ਪਿਆ, ਪ੍ਰੈਸ਼ਰ ਪਿਆ, ਤੇ ਉਹਨੇ 2 ਸਰੂਪ ਆਪਣੀ ਕੁਟੀਆ ਦੇ ਵਿੱਚੋਂ ਦਿੱਤੇ। ਉਸ ਟਾਈਮ ਡੇਰੇ ਤੋਂ 2 ਸਰੂਪ ਬਰਾਮਦ ਕੀਤੇ ਜਾਂਦੇ, ਬਕਾਇਦਾ ਪੁਲਿਸ ਨਾਲ ਲਿਜਾਈ ਜਾਂਦੀ। ਬਕਾਇਦਾ ਪੁਲਿਸ ਵੀ ਨਾਲ ਸੀ, ਮੀਡੀਆ ਸ਼ਾਇਦ ਆਪ ਵੀ ਕਵਰੇਜ ਕਰ ਰਹੇ ਸੋ, ਤੇ ਆਪ ਦੀ ਕਵਰੇਜ ਦੇ ਅੰਦਰ ਵੀ ਇਹ ਹੋਇਆ ਕਿ ਉੱਥੋਂ 2 ਸਰੂਪ ਮਿਲੇ ਸਾਨੂੰ। 2 ਸਰੂਪ ਕਿਸ ਤਰੀਕੇ ਨਾਲ ਮਿਲੇ, ਜੋ ਉਹਦਾ ਗ੍ਰਸਤੀ ਜੀਵਨ ਦਾ ਲਾਈਫ ਦਾ ਉਹਦਾ ਇੱਕ ਆਸ਼ਰਮ, ਇੱਕ ਕਮਰਾ ਹੈ, ਉਹਦੇ ਵਿੱਚੋਂ 2 ਸਰੂਪ ਮਿਲੇ। ਸਰੂਪ ਵੀ ਕਿਵੇਂ ਮਿਲੇ? ਬੈੱਡ ਦੀ ਪੁਆਂਦਾਂ ਵਾਲੀ ਸਾਈਡ ਤੇ 2 ਸਰੂਪ ਪਏ ਸਨ। ਥੱਲੇ ਇੱਕ ਗੰਦੀ ਚਾਦਰ ਸੀ, ਗੰਦੀ ਚਾਦਰ ਦੇ ਉੱਤੇ ਇੱਕ ਪਲਕ ਸੀ, ਉਸ ਦੇ ਉੱਤੇ ਮਹਾਰਾਜ ਦੇ ਸਰੂਪ ਸਨ। ਫਿਰ ਉੱਤੇ ਪਲਕਾਂ ਸਨ, ਉੱਤੇ ਕੋਈ ਚੰਦੋਆ ਸਾਹਿਬ ਨਹੀਂ, ਕੋਈ ਉੱਥੇ ਚੌਰ ਸਾਹਿਬ ਨਹੀਂ ਹੈ। ਅਟੈਚ ਬਾਥਰੂਮ ਦਾ ਉਹ ਕਮਰਾ ਹੈ ਜਿਹਦੇ ਵਿੱਚ 2 ਸਰੂਪ ਮਿਲੇ ਨੇ। ਪਰ ਸਾਨੂੰ ਅੱਜ ਦੇ ਟਾਈਮ 'ਤੇ ਵੀ ਕੋਈ ਕਹਿ ਰਹੇ ਨੇ, ਕੁਛ ਲੋਕ ਸਾਨੂੰ ਕਹਿ ਰਹੇ ਨੇ ਕਿ ਇਹ ਮਹਾਰਾਜ ਦੀ ਬੇਅਦਬੀ ਨਹੀਂ ਹੈ। ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਇੱਕ ਚੀਜ਼ ਪੁੱਛਣਾ ਚਾਹੁੰਦਾ ਹਾਂ ਕਿ ਮਹਾਰਾਜ ਦੀ ਬੇਅਦਬੀ ਉਹੀ ਹੁੰਦੀ ਹੈ ਜੇ ਅੰਗ ਪਾਟ ਕੇ ਗਲੀਆਂ 'ਚ ਘੁੰਮਣ, ਤੇ ਉਹੀ ਬੇਅਦਬੀ ਹੁੰਦੀ ਹੈ ਕਿ ਇਹ ਬੇਅਦਬੀ ਨਹੀਂ ਇੱਕ ਗ੍ਰਸਤੀ ਜੀਵਨ ਦੇ ਬੈੱਡ ਦੇ ਉੱਤੇ ਜਿੱਥੇ ਗੰਦੇ ਗੱਦੇ ਨੇ, ਗੰਦੀਆਂ ਚਾਦਰਾਂ ਵਿਛੀਆਂ ਹੋਈਆਂ ਨੇ, ਉੱਥੇ ਮਹਾਰਾਜ ਦੇ ਸਰੂਪ ਪ੍ਰਕਾਸ਼ ਕੀਤੇ ਨੇ, ਉਹਨਾਂ ਰੱਖੇ ਹੋਏ ਨੇ, ਤੇ ਕੀ ਇਹ ਬੇਅਦਬੀ ਨਹੀਂ ਹੈ? ਗੁਰੂ ਪਿਆਰ, ਇਸ ਕਰਕੇ ਸਾਡੇ ਮਨਾਂ ਦੇ ਵਿੱਚ ਰੋਸ਼ ਹੈ। ਉਹਦੇ ਉੱਤੇ 295A ਦਾ ਪਰਚਾ ਹੋਇਆ, ਅੱਜ ਤੱਕ ਉਹਦੀ ਕੋਈ ਗ੍ਰਿਫਤਾਰੀ ਨਹੀਂ ਹੋ ਰਹੀ। ਕਾਰਨ ਕੀ ਲੱਗਦਾ ਹੈਗਾ? ਤੁਸੀਂ ਜਿੱਥੇ 14 ਤਰੀਕ ਨੂੰ 295 ਦਾ ਕਹਿ ਸਕਦੇ FIR ਦਰਜ ਹੋ ਜਾਂਦੀ ਹੈ, ਹੋਰ ਵੀ ਕਈ ਧਾਰਾਵਾਂ ਲਗਾਈਆਂ ਗਈਆਂ ਸੀ, ਪਰ ਅਜੇ ਤੱਕ ਉਹਨਾਂ ਦੀ ਅਰੈਸਟਿੰਗ ਨਹੀਂ ਕੋਈ ਤੁਸੀਂ ਦੇਖ ਸਕਦੇ ਹੋ, ਨਾ ਹੀ ਕੋਈ ਕਾਰਵਾਈ ਅੱਗੇ ਸ਼ੁਰੂ ਹੋਈ ਹੈ। ਉਹਦੇ ਵਿੱਚ ਸਾਡੇ ਸਾਹਮਣੇ ਜੋ ਆ ਰਿਹਾ, ਕਹਿ ਰਹੇ ਨੇ ਕਿ ਇਹਨਾਂ ਨੂੰ ਮਾਫੀਨਾਮਾ ਦਿੱਤਾ ਜਾਏ। ਮਾਫੀਨਾਮਾ ਉਸ ਟਾਈਮ 'ਤੇ ਦਿੱਤਾ ਜਾਂਦਾ ਹੈ ਅਗਰ ਬੰਦਾ ਜਿਸ ਦਿਨ ਉਸ ਤੋਂ ਗਲਤੀ ਹੋਈ ਸੀ ਉਹ ਅਗਲੇ ਦਿਨ ਆ ਕੇ ਮਾਫੀ ਮੰਗ ਲੈਂਦਾ ਕਿ ਮੈਂ ਗਲਤੀ ਕਰ ਬੈਠਾ ਵਾਂ। ਸਾਡੇ ਵੀ ਮਨ 'ਚ ਇਹ ਸੀ ਕਿ ਚਲੋ ਆ ਕੇ ਗਲਤੀ ਮੰਗ ਲੈਂਦਾ ਉਹ, ਤੇ ਅਸੀਂ ਉਸ ਨੂੰ ਬੇਨਤੀ ਕਰਾਂਗੇ ਵੀ ਤੂੰ ਅਕਾਲ ਤਖਤ ਸਾਹਿਬ ਜਾ ਕੇ ਪੇਸ਼ ਹੋ ਜਾ। ਉੱਥੇ ਅਕਾਲ ਤਖਤ ਸਾਹਿਬ ਜੋ ਵੀ ਆਪ ਜੀ ਨੂੰ ਸੇਵਾ ਲਾਏ, ਜੋ ਵੀ ਦੰਡ ਲਾਏ, ਉੱਥੇ ਭੁਗਤ ਲੈਣਾ। ਪਰ ਉਹ ਬੰਦਾ ਮੀਡੀਆ ਦੇ ਅੰਦਰ ਆ ਕੇ ਵੀ ਅੱਖਾਂ ਵਿਖਾ ਰਿਹਾ, ਉਹ ਕਹਿ ਰਿਹਾ ਮੇਰੇ ਤੋਂ ਗਲਤੀ ਨਹੀਂ ਹੋਈ। ਇੱਕ ਵਾਰ ਕਹਿ ਰਿਹਾ ਕਿ ਮੈਂ ਗਲਤੀ ਹੋ ਗਈ, ਮੈਂ ਆਪ ਜੀ ਤੋਂ ਮਾफ़ੀ ਮੰਗ ਰਹਾ। ਮੀਡੀਆ ਦੇ ਅੱਗੇ ਆ ਕੇ ਮਾफ़ੀ ਮੰਗਣਾ ਕੋਈ ਮਾफ़ੀ ਨਹੀਂ ਹੁੰਦੀ। ਐਡਾ ਵੱਡਾ ਉਸਨੇ ਬੱਜਰ ਕੁਰੈਤ ਕੀਤੀ ਹੋਈ ਹੈ, ਐਡੀ ਵੱਡੀ ਉਸਨੇ ਬੇਅਦਬੀ ਕੀਤੀ ਹੋਈ ਹੈ। ਅਗਰ ਉਹ ਸਾਹਮਣੇ ਆ ਕੇ ਮਾफ़ੀ ਨਹੀਂ ਮੰਗਦਾ ਤੇ ਉਸ ਨੂੰ ਮਾਫ਼ੀਨਾਮਾ ਕਿਵੇਂ ਦਿੱਤਾ ਜਾਏ? ਇਹ ਵੀ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਬਾਅ ਵੀ ਬਣ ਰਿਹਾ ਸਾਡੇ ਉੱਤੇ। ਸਾਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਬੇਅਦਬੀ ਨਹੀਂ ਹੈ। ਤੁਸੀਂ ਕਿਹਨਾਂ ਨੂੰ ਇਸ ਤਰੀਕੇ ਨਾਲ ਕਿਹਾ ਜਾਂਦਾ ਹੈ? ਸਾਡੇ 2-3 ਗ੍ਰੰਥੀ ਸਾਹਿਬਾਨ ਸੀ ਜਿਨ੍ਹਾਂ ਦੇ ਉੱਤੇ ਸਾਡੇ ਉੱਤੇ ਦਬਾਅ ਪਾਉਂਦੇ ਨੇ, ਕਹਿੰਦੇ ਨੇ ਕਿ ਇਹ ਕੋਈ ਬੇਅਦਬੀ ਨਹੀਂ ਹੈ। ਅਗਰ ਆਪਾਂ ਇਹਨਾਂ ਦੇ ਉੱਤੇ ਪ੍ਰੈਸ਼ਰ ਦਿੰਦੇ ਹਾਂ ਇਹ ਘਰ ਟੁੱਟ ਜਾਣਗੇ। ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਵਾਂ, ਉਹ ਜੁੜੇ ਹੀ ਕਦੋਂ ਸਨ? ਕੁਟੀਆ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼, ਉੱਥੇ ਨਾਲ ਹੀ ਇੱਕ ਪੀੜੇ ਤੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ, ਦੂਜੇ ਪੀੜੇ ਤੇ ਗੀਤਾ ਦਾ ਪ੍ਰਕਾਸ਼ ਕਰਦੇ ਸਨ। ਕੀ ਇਹ ਗੁਰਮਤ ਹੈ? ਉੱਥੇ ਹੀ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਾਈ ਜਾਂਦੀਆਂ ਨੇ, ਕਿ ਇਹ ਗੁਰਮਤ ਹੈ? ਉੱਥੇ ਹੀ ਉਸ ਬਾਬੇ ਦੀਆਂ ਉੱਚੀਆਂ ਉੱਚੀਆਂ ਫੋਟੋਆਂ ਲਾਈਆਂ ਹੋਈਆਂ ਨੇ ਚਾਰੇ ਪਾਸੇ, ਕਿ ਇਹ ਗੁਰਮਤ ਹੈ? ਮੇਨ ਚੀਜ਼ ਹੈ ਕਿ ਬੇਅਦਬੀ ਪਿਛਲੇ 20 ਸਾਲਾਂ ਤੋਂ 25 ਸਾਲਾਂ ਤੋਂ ਹੋ ਰਹੀ ਹੈ। ਪਰ ਅੱਜ ਅਗਰ ਅਸੀਂ ਮੁੱਦਾ ਚੁੱਕਿਆ, ਮੈਨੂੰ 1 ਸਾਲ ਪਹਿਲੇ ਪਤਾ ਲੱਗਾ ਸੀ ਵੀ ਇੱਥੇ ਇਹ ਚੀਜ਼ ਹੈ। ਮੈਂ ਉਹਨਾਂ ਦੇ ਕੋਲ ਗਿਆ, ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਗ੍ਰੰਥੀ ਸਾਹਿਬ ਰੱਖ ਲਓ, ਜਾਂ ਤੁਹਾਡੇ ਤੋਂ ਸੇਵਾ ਨਹੀਂ ਹੁੰਦੀ ਤੁਸੀਂ ਮਹਾਰਾਜ ਦਾ ਸਰੂਪ ਜਮ੍ਹਾਂ ਕਰਵਾ ਦਿਓ, ਕਿਉਂਕਿ ਮਹਾਰਾਜ ਦੀ ਬੇਅਦਬੀ ਹੋਏਗੀ ਤੇ ਹੋ ਸਕਦਾ ਕਿ ਤੁਹਾਡੇ ਉੱਤੇ ਬਹੁਤ ਵੱਡਾ ਕੋਈ ਕਸ਼ਟ ਆ ਜਾਏ। ਹੁਣ ਸਿੱਖ ਸੰਗਤ ਦਾ ਕੀ ਫੈਸਲਾ, ਕੀ ਚਾਹੁੰਦੇ ਹੋ ਤੁਸੀਂ? ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਸਤਿਗੁਰ ਜੀ ਦੀ ਜੋ ਬੇਅਦਬੀ ਹੋਈ ਹੈ ਉਹਦਾ ਇਨਸਾਫ ਮਿਲਣਾ ਚਾਹੀਦਾ ਹੈ। ਅਗਰ ਇਨਸਾਫ ਨਹੀਂ ਮਿਲੇਗਾ ਤੇ ਅਸੀਂ ਇਨਸਾਫ ਲੈਣ ਦੀ ਹਰ ਹੱਦ ਤੱਕ ਜਾਵਾਂਗੇ। ਅਸੀਂ ਕੁਝ ਦਿਨਾਂ ਦੇ ਵਿੱਚ ਹੀ ਵੱਡੀ ਕੌਲ ਦੇ ਕੇ ਪੂਰੇ ਹਰਿਆਣੇ ਦੀ ਨਹੀਂ, ਪੰਜਾਬ ਦੀ ਸੰਗਤ ਵੀ ਸੱਦਾਂਗੇ, ਯੂਪੀ ਦੀ ਸੰਗਤ ਵੀ ਸੱਦਾਂਗੇ। ਅਸੀਂ ਉਸ ਹੱਦ ਤੱਕ ਜਾਵਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ। ਤੁਹਾਨੂੰ ਕੀ ਲੱਗਦਾ ਮਾफ़ ਕਰ ਦੇਣਾ ਚਾਹੀਦਾ? ਕਿਉਂਕਿ ਪਹਿਲਾਂ ਵੀ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਜ਼ਰੂਰੀ ਨਹੀਂ, ਅਸੀਂ ਕਈ ਵਾਰ CCTV ਦੀ ਫੋਟੋਜ਼ ਦੇਖਦੇ, ਕਈ ਕਾਰਨ ਆਉਂਦੇ ਨੇ ਪਰ ਫੜੇ ਜਾਂਦੇ ਨੇ ਤਾਂ ਉਹਨੂੰ ਸਜ਼ਾ ਦਿੱਤੀ ਜਾਂਦੀ ਹੈਗੀ। ਤੁਹਾਨੂੰ ਕੀ ਲੱਗਦਾ ਇੱਥੇ ਮਾफ़ ਕਰ ਦੇਣਾ ਚਾਹੀਦਾ ਜਾਂ ਉਹਦੀ ਅਰੈਸਟਿੰਗ ਹੋਣੀ ਚਾਹੀਦੀ ਹੈ? ਮਾਫੀ ਵੇਖੋ,
ਉਸ ਟਾਈਮ ਤੇ ਮਾਫੀ ਹੋ ਸਕਦੀ ਸੀ। ਅਗਰ ਉਸ ਤੋਂ ਗਲਤੀ ਹੋ ਗਈ ਸੀ ਉਹ ਅਗਲੇ ਦਿਨ ਆ ਕੇ ਸੰਗਤ ਦੇ ਵਿੱਚ ਮਾਫੀ ਮੰਗ ਲੈਂਦਾ ਕਿ ਗੁਰੂ ਪਿਆਰਿਓ ਮੇਰੇ ਤੋਂ ਗਲਤੀ ਹੋ ਗਈ ਹੈ, ਮੈਨੂੰ ਮਾਫੀ ਦੇ ਦਿਓ। ਸ਼ਾਇਦ ਹੈ ਕਿ ਪੂਰੀ ਸੰਗਤ ਉਸ ਨੂੰ ਮਾਫ ਕਰਨ ਦੇ ਮੂਡ ਵਿੱਚ ਵੀ ਸੀ ਜੀ। ਅਗਰ ਉਹ ਅਗਲੇ ਦਿਨ ਆ ਜਾਂਦਾ ਤੇ ਉਹਨੂੰ ਮਾਫ ਕਰਨ ਦੇ ਮੂਡ ਵਿੱਚ ਵੀ ਸੀ ਪੂਰੀ ਸੰਗਤ। ਤੇ ਜਦੋਂ ਉਹ ਆ ਹੀ ਨਹੀਂ ਰਿਹਾ, ਉਸਨੇ 2 ਦਿਨ ਤੱਕ ਫੋਨ ਨਹੀਂ ਕੀਤਾ। ਸਾਡੇ ਬਹੁਤ ਹੀ ਅੱਛੇ ਇੱਕ ਵਿਅਕਤੀ ਨੇ ਜਿਨ੍ਹਾਂ ਦਾ ਨਾਮ ਹੈ ਐਡਵੋਕੇਟ ਪ੍ਰਿਤਪਾਲ ਸਿੰਘ ਪੰਨੂ, ਉਹਨਾਂ ਨੇ ਉਸ ਨੂੰ ਕਾਲ ਕੀਤੀ, WhatsApp ਤੇ ਮੈਸੇਜ ਕੀਤਾ ਕਿ ਅਸੀਂ ਆਪ ਜੀ ਨੂੰ ਮਿਲਣਾ ਚਾਹੁੰਦੇ ਹਾਂ, ਤੁਸੀਂ ਤੁਹਾਡੇ ਤੇ ਬੇਅਦਬੀ ਦਾ ਇਲਜ਼ਾਮ ਹੈ, ਤੁਸੀਂ ਆ ਕੇ ਸਾਨੂੰ ਮਿਲੋ। ਪਰ ਉਹ ਬੰਦਾ ਉਹਨਾਂ ਦਾ ਮੈਸੇਜ ਵੀ ਰੀਡ ਕਰ ਲੈਂਦਾ, ਮੈਸੇਜ ਵੇਖ ਵੀ ਲੈਂਦਾ, ਤਾਂ ਵੀ ਉਹ ਕੋਈ ਜਵਾਬ ਨਹੀਂ ਦਿੰਦਾ, ਕੋਈ ਰਿਪਲਾਈ ਨਹੀਂ ਦਿੰਦਾ, ਉਸ ਕਾਲ ਨਹੀਂ ਚੁੱਕਦਾ। ਲੋਕਲ MC ਨੇ, ਮੈਂ ਉਹਨਾਂ ਦਾ ਨਾਮ ਵਿਸਰ ਗਿਆ, MC ਸਾਹਿਬ ਨੇ ਵੀ ਉਹਨਾਂ ਨੂੰ ਕਿਹਾ, ਮੁਕੇਸ਼ ਅਰੋੜਾ MC ਸਾਹਿਬ ਨੇ ਉੱਥੋਂ ਦੇ ਲੋਕਲ, ਉਹਨਾਂ ਨੇ ਵੀ ਕਿਹਾ ਕਿ ਤੁਸੀਂ ਇੱਕ ਵਾਰ ਉਹਨਾਂ ਨੂੰ ਮਿਲ ਲਓ। ਉਹਨਾਂ ਦੇ ਕਹਿਣ ਤੇ ਵੀ ਉਹ ਨਹੀਂ ਮਿਲੇ। ਸਾਨੂੰ ਫਿਰ ਮੰਗਲੌਰੇ ਚੌਂਕੀ ਦੇ ਵਿੱਚ ਸੱਦਿਆ ਜਾਂਦਾ ਕਿ ਤੁਸੀਂ 4 ਬੰਦੇ ਆ ਜਾਓ। 4 ਬੰਦੇ ਅਸੀਂ ਆਉਂਦੇ ਹਾਂ, ਆਪਾਂ ਬਹਿ ਕੇ ਗੱਲ ਕਰਨੇ ਆ। ਅਸੀਂ ਜਦੋਂ ਉੱਥੇ ਸਾਡੇ 4 ਵੀ ਨਹੀਂ ਜਾਂਦੇ, ਸਾਡੇ 3 ਬੰਦੇ ਜਾਂਦੇ ਨੇ, ਉਹ ਅੱਗੇ 200 ਬੰਦਾ ਲੈ ਕੇ ਉੱਥੇ ਚੌਂਕੀ 'ਚ ਬੈਠਾ ਹੁੰਦਾ ਹੈ। ਉਹ ਸਾਡੇ ਉੱਤੇ ਇੰਨਾ ਪ੍ਰੈਸ਼ਰ ਬਣਾ ਰਿਹਾ, ਉਹ ਸਾਨੂੰ ਵਿਖਾ ਰਿਹਾ ਕਿ ਮੇਰੇ ਪਿੱਛੇ ਪਬਲਿਕ ਬਹੁਤ ਹੈ ਕਿ ਮੈਂ ਤੁਹਾਡੇ ਤੋਂ ਮਾਫੀ ਨਹੀਂ ਮੰਗਾਂਗਾ। ਫਿਰ ਉਸ ਨੂੰ ਮਾਫੀ ਕਿਸ ਤਰੀਕੇ ਨਾਲ ਦਿੱਤੀ ਜਾਏ, ਕਿਉਂ ਮਾਫੀ ਦਈਏ ਅਸੀਂ? ਉਹ ਮਾਫੀ ਦਾ ਹੱਕਦਾਰ ਹੀ ਨਹੀਂ ਹੈ ਕਿਉਂਕਿ ਉਸਨੇ ਬਹੁਤ ਵੱਡੀ ਬੇਅਦਬੀ ਕੀਤੀ ਹੋਈ ਹੈ। ਹੁਣ ਕੀ ਲੱਗਦਾ ਤੁਹਾਨੂੰ, ਜੇ ਸੁਣਨ 'ਚ ਆਇਆ ਹੈਗਾ ਕਿ ਅਰੈਸਟਿੰਗ ਨਹੀਂ ਹੋਈ ਹੈਗੀ, ਤਾਂ ਕੀ ਫਰਾਰ ਦੱਸਿਆ ਜਾ ਰਿਹਾ ਹੈਗਾ ਮਹੰਤ ਜਿਹੜਾ ਅਸ਼ੋਕ ਦਾਸ ਹੈਗਾ, ਉਹ ਫਰਾਰ ਹੈ ਜਾਂ ਕਿਉਂ ਨਹੀਂ ਫੜਿਆ ਜਾ ਰਿਹਾ ਹਜੇ ਤੱਕ? ਫਰਾਰ ਵੀ ਨਹੀਂ ਹੈ, ਉਹ ਪੁਲਿਸ ਦੇ ਸਾਹਮਣੇ ਹੈ, ਪੁਲਿਸ ਨੂੰ ਪਤਾ ਹੈ ਉਹ ਕਿੱਥੇ ਵੇ, ਕਿਉਂਕਿ ਪੁਲਿਸ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ। ਪੁਲਿਸ ਦੇ ਉੱਤੇ ਵੀ ਹੋ ਸਕਦਾ ਪੋਲੀਟੀਕਲ ਦਬਾਅ ਹੋਏ ਕੋਈ, ਪਰ ਮੇਨ ਚੀਜ਼ ਹੈ ਕਿ ਜਿੰਨਾ ਚਿਰ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ ਅਸੀਂ ਆਰਾਮ ਨਾਲ ਨਹੀਂ ਬਵਾਂਗੇ, ਅਸੀਂ ਹੱਦ ਤੱਕ ਜਾਵਾਂਗੇ, ਉਸ ਨੂੰ ਸਜ਼ਾ ਜ਼ਰੂਰ ਦਵਾ ਕੇ ਹਟਾਂਗੇ, ਚਾਹੇ ਸਾਨੂੰ ਕੁਛ ਵੀ ਕਰਨਾ ਪਏ। ਗਲਤ ਕਦਮ ਅਸੀਂ ਕੋਈ ਐਵੇਂ ਦਾ ਨਹੀਂ ਚੁੱਕਾਂਗੇ, ਸਿਰਫ ਅਸੀਂ ਇਨਸਾਫ ਚਾਹੀਦਾ ਸਾਨੂੰ, ਅਸੀਂ ਕੋਰਟ ਦੇ, ਅਸੀਂ ਸਰਕਾਰ ਦੇ ਤਹਿਤ ਹੀ ਉਸ ਨੂੰ ਸਜ਼ਾ ਦਵਾਵਾਂਗੇ। ਅਦਰਵਾਈਜ਼ ਸਾਡੇ ਵੱਲੋਂ ਕੋਈ ਵੀ ਪਹਿਲ ਨਹੀਂ ਕੀਤੀ ਜਾਏਗੀ। ਕੱਲ੍ਹ ਨੂੰ ਉਸ ਨੂੰ ਕੋਈ ਸੱਟ ਫੇਟ ਲੱਗ ਜਾਏ ਜਾਂ ਸਾਡੇ ਸਿੱਖ ਸੰਗਤ ਵੱਲੋਂ ਕੋਈ ਵੀ ਜ਼ਿੰਮੇਵਾਰੀ ਨਹੀਂ ਹੋਏਗੀ, ਨਾ ਅਸੀਂ ਐਵੇਂ ਦਾ ਕਦਮ ਕਰਾਂਗੇ, ਕਿਉਂਕਿ ਅਸੀਂ ਸਤਿਗੁਰ ਜੀ ਦੀ ਕਾਨੂੰਨੀ ਤੌਰ 'ਤੇ ਹੀ ਅਸੀਂ ਉਸ ਨੂੰ ਸਜ਼ਾ ਦਵਾਵਾਂਗੇ ਔਰ ਸਤਿਗੁਰ ਜੀ ਦੇ ਭਾਣੇ ਦੇ ਅੰਦਰ ਰਹਿ ਕੇ ਹੀ ਅਸੀਂ ਉਸ ਨੂੰ ਸਜ਼ਾ ਦਵਾਵਾਂਗੇ, ਸਾਨੂੰ ਚਾਹੇ ਜਿੰਨੀ ਮਰਜ਼ੀ ਸਿੱਖ ਸੰਗਤ ਇਕੱਠੀ ਕਰਨੀ ਪਵੇ। ਜੇ ਕਾਰਵਾਈ ਨਹੀਂ ਕੀਤੀ ਜਾਂਦੀ ਗੁਰਜੰਟ ਸਿੰਘ ਖਾਲਸਾ ਜੀ, ਫਿਰ ਕੀ ਸੰਗਤ ਦਾ ਐਕਸ਼ਨ ਹੋਏਗਾ? ਕੀ ਅੱਗੇ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾਏਗਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਹੈਗਾ ਮਸਲਾ ਭਖਿਆ ਹੋਇਆ, ਲੇਕਿਨ ਸਰਕਾਰ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਦੂਰ ਹੋ ਰਹੀ ਹੈ ਇਸ ਮਸਲੇ ਤੋਂ ਕਿ ਉਸ ਬੰਦੇ ਦੇ ਉੱਤੇ ਕਾਰਵਾਈ ਨਾ ਕਰੇ, ਲੇਕਿਨ ਮਜਬੂਰੀ ਸਾਡੀ ਬਣ ਗਈ ਹੈ। ਹੁਣ ਅਸੀਂ ਕਾਲ ਦੇ ਚੁੱਕੇ ਹਾਂ, ਅਸੀਂ ਰਾਤੀ ਕਾਲ ਦੇ ਚੁੱਕੇ ਸੀ ਕਿ 25 ਤਰੀਕ ਸਵੇਰੇ 10 ਵਜੇ ਜਿਹੜਾ ਅਨਿਸ਼ਚਿਤ ਕਾਲ ਭੁੱਖ ਹੜਤਾਲ ਤੇ DC ਆਫਿਸ ਸਾਹਮਣੇ ਕਰਨਾਲ ਬੈਠ ਜਾਵੇਗਾ। ਹੁਣ ਸਾਨੂੰ ਭਾਰਤ ਦੀ ਨਿਆਂ ਪ੍ਰਣਾਲੀ ਤੇ ਨਾ ਵਿਸ਼ਵਾਸ ਰਿਹਾ ਹੈ ਔਰ ਨਾ ਹੀ ਰਹੇਗਾ। ਤੁਸੀਂ ਵੇਖ ਸਕਦੇ ਹੋ ਕਿ 1984 ਦੇ ਸੱਜਣ ਕੁਮਾਰ ਨੂੰ ਕੱਲ ਬਰੀ ਕਰ ਦਿੱਤਾ ਗਿਆ ਹੈ। ਕਿੱਥੋਂ ਤੱਕ ਵਿਸ਼ਵਾਸ ਕਰੀਏ? ਅੱਜ ਸਿੱਖਾਂ ਦੇ ਵਿੱਚ ਇੰਨਾ ਭਾਰੀ ਰੋਸ਼ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚੋਰੀ ਕਰਕੇ ਸਰੂਪ ਲਿਜਾਏ ਜਾਂਦੇ ਨੇ, ਉਸ ਤੋਂ ਬਾਅਦ ਉਹ ਸਰੂਪ ਆਪਣੇ ਕੋਲ ਸਾਜ਼ਿਸ਼ ਕਰਕੇ ਰੱਖਿਆ ਜਾਂਦਾ ਹੈ। ਉੱਥੋਂ ਜਿਹੜੇ ਨਵੇਂ ਸਰੂਪ ਨੇ ਰੱਖੇ ਹੁੰਦੇ ਨੇ ਅਲਮਾਰੀ ਦੇ ਵਿੱਚ ਜਾਂ ਕਿਹੜੀ ਥਾਂ 'ਤੇ ਰੱਖੇ ਨੇ, ਉਹਨਾਂ ਨੂੰ ਫਿਰ ਤਰਾਵੜੀ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਾਇਆ। ਲੇਕਿਨ ਅਸੀਂ ਇਹੀ ਬੇਨਤੀ ਕਰਨੀ ਆ ਸੰਗਤ ਹੈ ਕਿ ਪਰਸੋਂ 25 ਤਰੀਕ ਨੂੰ ਸਵੇਰੇ 10 ਵਜੇ ਅਸੀਂ ਭੁੱਖ ਹੜਤਾਲ 'ਤੇ ਬੈਠਣ ਜਾ ਰਹੇ ਹਾਂ DC ਆਫਿਸ ਦੇ ਸਾਹਮਣੇ ਕਰਨਾਲ। ਕਿਸੇ ਕੀਮਤ 'ਤੇ ਪਿੱਛੇ ਨਹੀਂ ਹਟਿਆ ਜਾਏਗਾ। ਕਿਸ ਨੇ ਕੰਮ ਕਰਵਾਇਆ, ਕੌਣ ਇਹਦੇ ਵਿੱਚ ਦੋਸ਼ੀ ਹੈਗਾ, ਕੌਣ ਨਹੀਂ ਹੈਗਾ, ਨਾ ਹੀ ਕਿਸੇ ਦੀ ਇੱਥੇ ਪਾਵਰ ਚੱਲੇਗੀ ਨਾ ਕੁਛ। ਲੇਕਿਨ ਅਸੀਂ ਹਰਿਆਣੇ ਤੇ ਪੰਜਾਬ ਅਤੇ UP ਦੀਆਂ ਸੰਗਤਾਂ ਨੂੰ ਸੱਦ ਕੇ ਇਹਦੇ ਉੱਤੇ ਕਾਰਵਾਈ ਕਰਾਂਗੇ। ਅਸ਼ੋਕਨਾਥ ਇੱਥੇ ਕਰਨਾਲ ਦੇ ਵਿੱਚ ਹੈਗਾ, ਅਸ਼ੋਕਨਾਥ ਥਾਣੇ ਵੀ ਜਾਂਦਾ ਹੈ। ਅਸ਼ੋਕ ਦੇ ਨਾਥ ਦੇ ਨਾਲ ਸਾਡੀ ਕੰਪਰਮਾਈਜ਼ ਜਿਹੜੀ ਹੈ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਬੇਨਤੀ ਹੈ ਕਿ ਅਗਰ ਉਹ ਮਾਫੀ ਮੰਗੇਗਾ ਤਾਂ ਸਾਰੀ ਸੰਗਤ ਤੋਂ ਮੰਗੇਗਾ, ਦੂਜਾ ਨੰਬਰ ਅਕਾਲ ਤਖਤ ਤੇ ਜਾ ਕੇ ਮੰਗੇਗਾ ਜਦੋਂ ਤੋਂ ਮਹਾਰਾਜ ਦੀ ਬੇਅਦਬੀ ਕੀਤਾ। ਲੇਕਿਨ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਮੱਕੇ ਤੋਂ ਪਰਾਂ ਮੁਸਲਮਾਨ ਵਾਸਤੇ ਸਭ ਕੁਛ ਉਜਾੜੇ, ਸਾਡੇ ਵਾਸਤੇ ਸਾਡੇ ਗੁਰੂ ਤੋਂ ਬਿਨਾਂ ਹਰ ਚੀਜ਼ ਉਜਾੜੀ ਹੀ ਉਜਾੜੇ। ਅਸੀਂ ਆਹੀ ਬੇਨਤੀ ਕਰਨੀ ਆ ਸੰਗਤ ਨੂੰ ਕਿ ਕਿਸੇ ਕੀਮਤ ਤੇ ਅਸ਼ੋਕਨਾਥ ਨੂੰ ਨਹੀਂ ਸੱਦਿਆ ਜਾਣ। ਜੋ ਇਹਦੇ ਹਮੈਤੀ ਨੇ ਉਹ ਸਾਹਮਣੇ ਫੇਸ ਕਰਕੇ ਆਉਣ, ਪਿੱਛੇ ਦੱਬੂ ਨਾ ਦੇਣ। ਸਾਡੇ ਨਾਲ ਉਹੀ ਸਿੰਘ ਨੇ ਦੂਜੇ ਵੀ ਨਾਲ ਜਿਹੜੇ ਕਿ ਗ੍ਰੰਥੀ ਸਿੰਘ ਨੇ, ਜਿਨ੍ਹਾਂ ਦੇ ਉੱਤੇ ਹੁਣ ਕੁਝ ਲੋਕ ਜਿਹੜੇ ਨੇ ਦਬਾਅ ਬਣਾ ਰਹੇ ਨੇ, ਉਹ ਵੀ ਆ ਸਾਡੇ ਗ੍ਰੰਥੀ ਸਿੰਘ ਨੇ। ਸੋ ਇਹਨਾਂ ਨਾਲ ਵੀ ਇੱਕ ਵਾਰੀ ਗੱਲਬਾਤ ਕੀਤੀ ਜਾਵੇ। ਸੋ ਕਿਸ ਤਰੀਕੇ ਦਾ ਦਬਾਅ ਜਿਹੜਾ ਪਾਇਆ ਜਾ ਰਿਹਾ ਹੈਗਾ? ਸਮਝੌਤਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਪਿੱਛੇ ਹਟਣ ਦੀ ਗੱਲ ਕੀਤੀ ਜਾ ਰਹੀ ਹੈ? ਗੱਲ ਇਸ ਤਰ੍ਹਾਂ ਵੀ ਪਿੱਛੇ ਹਟਣ ਦੀ ਇੱਕ ਹਿਸਾਬ ਨਾਲ ਗੱਲ ਹੋ ਰਹੀ ਹੈ। ਜਿਸ ਤਰ੍ਹਾਂ ਕਿ ਵੀ ਭਾਈ ਰਣਜੀਤ ਸਿੰਘ ਹੁਣਾਂ ਨੇ ਵੀ ਦੱਸਿਆ ਵੀ
ਉਥੋਂ ਤੁਸੀਂ 200 ਘਰ ਤੋੜ ਦਿੱਤਾ ਹੈ ਵੀ ਸੰਗਤ ਨੂੰ ਰੋਸ਼ ਹੈ ਵੀ ਮੇਨ ਗੱਲ ਤੇ ਉਹ ਵੀ 200 ਘਰ ਤੋੜਨ ਵਾਲੇ ਆਪਾਂ ਨੇ ਹੈ ਕਿ ਉਹਨਾਂ ਦਾ ਬਾਬਾ ਅਸ਼ੋਕਨਾਥ ਹੀ ਹੈ ਜਿਹੜਾ ਚੋਰੀ ਛਿਪੇ ਮਹਾਰਾਜ ਦਾ ਸਰੂਪ ਲੈ ਗਿਆ। ਜਦੋਂ ਪਿੰਡ ਵਾਲਿਆਂ ਦੇ ਨਾਲ ਗੱਲ ਚੱਲਦੀ ਪਈ ਹੈ ਵੀ 18 ਤਰੀਕ ਤੱਕ ਅਸੀਂ ਕੋਈ ਨਾ ਕੋਈ ਕਰ ਲਾਂਗੇ ਵੀ ਇੰਤਜ਼ਾਮਾਤ, ਜਿਵੇਂ ਵੀ ਦੱਸ ਰਹੇ ਸੀ ਵੀ ਆਪਾਂ ਵੀ ਅੰਦਰ ਮੂਰਤੀਆਂ ਪਈਆਂ, ਫੋਟੋਆਂ ਪਈਆਂ, ਜਿਸ ਤਰ੍ਹਾਂ ਵੀ ਜੀ ਜਦੋਂ ਤੁਸੀਂ ਗਏ ਸੀ ਉਦੋਂ ਨਾਲ, ਜਦੋਂ ਮਤਲਬ ਕਿ ਮਹਾਰਾਜ ਦਾ ਸਰੂਪ ਲੈ ਕੇ ਆਉਣਾ ਸੀ, ਜਦੋਂ ਤੋਂ ਟਾਈਮ ਮੰਗਿਆ ਗਿਆ? ਹਾਂਜੀ ਨਾਲ ਹੀ ਸੀ ਤੇ ਟਾਈਮ ਮੰਗਿਆ ਗਿਆ ਸੀ ਤੇ ਆਪਾਂ ਨੂੰ ਟਾਈਮ ਵੀ ਦਿੱਤਾ ਕਿਉਂਕਿ ਸੰਗਤ ਉੱਤੇ ਕੁਝ ਵੀ ਨਹੀਂ ਹੁੰਦਾ, ਠੀਕ ਹੈ ਨਾ। ਸੰਗਤ ਦੇ ਉੱਤੇ ਆਪਣਾ ਸੰਗਤ ਦੇ ਜੇ ਅਥਰੂ ਵੇਖੇ ਜਾਣ ਤੇ ਬਿਲਕੁਲ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਵੀ ਨਹੀਂ। ਜੇ ਇੱਕ ਉਹਦਾ ਉਪਾਸ਼ਕ ਹੈ ਤਾਂ ਉਹਨਾਂ ਦਾ ਫਰਜ਼ ਬਣਦਾ ਹੈਗਾ ਕਿ ਉਸ ਚੀਜ਼ ਤੇ ਇਹ ਗੱਲ ਚੱਲਦੀ ਪਈ 10 ਤਰੀਕ ਨੂੰ ਇਹ ਗੱਲ ਹੋਈ ਹੈ ਤੇ 11 ਤਰੀਕ ਨੂੰ ਅਗਲੇ ਦਿਨ ਹੀ ਸਰੂਪ ਚੋਰੀ ਛਿਪੇ ਚੋਂ ਜਾਂ ਤੇ ਪੂਰੀ ਸੰਗਤ ਦੇ ਸਾਹਮਣੇ ਲੈ ਕੇ ਜਾਂਦਾ, ਬਿਲਕੁਲ ਮਰਿਆਦਾ ਅਨੁਸਾਰ ਲੈ ਕੇ ਮਰਿਆਦਾ ਅਨੁਸਾਰ ਸਾਰਿਆਂ ਨੂੰ ਦੱਸ ਕੇ ਜਾਂਦਾ ਤੇ ਜਾਂ ਫਿਰ ਉੱਥੇ ਤਰਾਵੜੀ ਗੁਰਦੁਆਰਾ ਸਾਹਿਬ ਛੱਡਣ ਜਾ ਰਿਹਾ। ਗੱਲ ਉਹੀ ਹੈ ਵੀ ਮਹਾਰਾਜ ਦਾ ਸਤਿਕਾਰ ਨਹੀਂ ਉਹਦੇ ਮਨ ਦੇ ਵਿੱਚ ਬਿਲਕੁਲ ਵੀ ਇਹ ਤਰੀਕੇ ਵੀ ਆਪਣੇ ਕੁਛ ਜਿਹੜੇ ਨੇ ਉਹਨਾਂ ਦਾ ਮਤਲਬ ਕਿ ਉਸ ਅਸ਼ੋਕਨਾਥ ਦਾ ਸਾਥ ਦੇਣ ਦੀ ਕੋਸ਼ਿਸ਼ ਕਰਦੇ ਪਏ ਨੇ, ਮਤਲਬ ਸਾਥ ਕਹਿ ਲਓ ਜਾਂ ਕੁਛ ਡਰਨ ਦੀ ਕਹਿ ਲਓ ਉਹਦੇ ਤੋਂ, ਜਾਂ ਉਹਨਾਂ ਦੇ ਉੱਤੋਂ ਪ੍ਰੈਸ਼ਰ ਆ ਰਿਹਾ ਜੀ, ਕੁਛ ਵੀ ਇਸੇ ਤਰ੍ਹਾਂ ਜੀ। ਸੋ ਇਹ ਨੌਜਵਾਨਾਂ ਦੀ ਗੱਲ ਕਰਦੇ ਆ ਜਿਸ ਸਮੇਂ ਗੱਲ ਠੰਡੇ ਮਤੇ ਨਾਲ ਕੀਤੀ ਜਾ ਰਹੀ ਸੀ, ਘਰ ਜਾ ਕੇ ਸਰੂਪਾਂ ਦੀ ਗੱਲ ਕਹਿ ਰਹੀ ਸੀ ਕਿ ਤੁਹਾਡੇ ਕੋਲ ਕਿੰਨੇ ਸਰੂਪ ਆ, ਤਾਂ ਉਹ ਜਵਾਬ ਦੇ ਵਿੱਚ ਮਨਾ ਕੀਤਾ ਜਾਂਦਾ ਸੀ ਕਿ ਸਾਡੇ ਕੋਲ ਕੋਈ ਸਰੂਪ ਨਹੀਂ। ਹਾਲਾਂਕਿ 2 ਸਰੂਪ ਬਰਾਮਦ ਕੀਤੇ ਗਏ। ਤਾਂ ਸੁਣਨ ਚ ਆਇਆ ਕਿ ਤੁਸੀਂ ਉੱਥੇ ਸੀਗੇ, ਤੁਹਾਡੇ ਨਾਲ ਹੀ ਇਹ ਗੱਲਬਾਤ ਹੋਈ ਸੀ, ਤਾਂ ਕੀ ਸਾਰੀ ਗੱਲਬਾਤ ਹੋਈ ਸੀ? ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ। ਗੱਲ ਇਸ ਤਰ੍ਹਾਂ ਹੀ ਜੀ, ਜਦੋਂ ਪਤਾ ਲੱਗਦਾ ਸਾਨੂੰ ਕਿ ਸਰੂਪ ਸਾਹਿਬ ਨਹੀਂ ਹੈਗੇ ਇੱਥੇ ਗ੍ਰੰਥ ਸਾਹਿਬ ਤੇ ਚੋਰੀ ਹੋ ਗਏ ਨੇ, ਉੱਥੋਂ ਜੋ ਮੁਕੱਦਮਾ ਦਰਜ ਕਰਾਇਆ ਚੌਂਕੀ ਦੇ ਥਾਣੇ ਜੀ, ਰਿਪੋਰਟ ਕਰਾ ਕੇ ਆਏ। ਉਸ ਤੋਂ ਬਾਅਦ ਪਤਾ ਲੱਗਦਾ ਕਿ ਚੋਰੀ ਨਹੀਂ ਹੋਇਆ ਵੀ ਇਹ ਸਾਡੇ ਉਹ ਲੱਗ ਗਏ ਨੇ ਮਹਾਰਾਜ ਸਾਹਿਬ। ਤੁਸੀਂ ਅਸ਼ੋਕਨਾਥ ਦੇ ਘਰ ਵੀ ਗਏ ਸੀ? ਅਸ਼ੋਕਨਾਥ ਦੇ ਘਰ ਨਹੀਂ ਗਏ ਜੀ, ਜਿਹੜੀ ਉਹ ਕੁਟੀਆ ਦੀ ਦੇਖ ਦਾਖ ਕਰਦੇ ਨਾ ਜੀ, ਉੱਥੇ ਗਏ ਸੀ। ਉਹ ਮਾਈ ਫੁੱਲਾ ਜੀ, ਫੁੱਲਾ ਦੇਵੀ, ਠੀਕ ਹੈ ਜੀ, ਉਹ ਦੇਖ ਰੇਖ ਕਰਦੇ ਨੇ। ਉਹਨਾਂ ਦਾ ਚਾਬੀਆਂ ਨੇ ਗੁਰਦੁਆਰਾ ਸਾਹਿਬ ਦੀਆਂ, ਕੁਟੀਆ ਦੀਆਂ ਜੋ ਵੀ ਹੈ ਜੀ। ਤੇ ਉਹ ਜਿਵੇਂ ਪੁਲਿਸ ਉੱਥੇ ਆਉਂਦੀ ਜੀ ਪਿੰਡ ਦੇ ਵਿੱਚ, ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਸਾਨੂੰ ਉਹਨਾਂ ਦੇ ਘਰ ਲੈ ਕੇ ਚੱਲੋ, ਜਿਹੜੇ ਗੁਰਦੁਆਰਾ ਸਾਹਿਬ ਦੀ ਕੁਟੀਆ ਕੁਝ ਵੀ ਦੇਖਭਾਲ ਕਰਦੇ ਨੇ, ਜਿਹਦੇ ਹੱਥ ਤੇ ਇੰਚਾਰਜ ਹੈ, ਠੀਕ ਹੈ ਜੀ। ਬਕਾਇਦਾ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਗਿਆ ਜੀ ਤੇ ਅਸੀਂ ਨਾਲ ਗਏ ਉਹਨਾਂ ਦੇ। ਅਸੀਂ ਉਹਨਾਂ ਦੇ ਘਰ ਲੈ ਕੇ ਕੋਈ ਗਲਤੀ ਨਹੀਂ ਕੀਤੀ ਜੀ, ਕਿਉਂਕਿ ਪੁਲਿਸ ਸਾਨੂੰ ਖੁਦ ਲੈ ਗਈ। ਅਸੀਂ ਉਹਨਾਂ ਦੇ ਘਰ ਲੈ ਗਏ ਜੀ ਤੇ ਅੱਗੋਂ ਮੰਨ ਲਓ ਕਿ ਉਹਨਾਂ ਦੇ ਗਰਮ ਦਿਮਾਗ ਸੀ, ਮੰਨ ਲਓ ਜੋ ਵੀ ਲਾ ਲਓ, ਅੜੀ ਦੀ ਪੁਲਿਸ ਬੋਲਦਾ ਰਿਹਾ ਵੀ ਅਸੀਂ ਆਖਿਆ ਵੀ ਗ੍ਰੰਥ ਸਾਹਿਬ ਸਾਨੂੰ ਇੱਥੇ ਚਾਹੀਦਾ 2 ਘੰਟੇ ਦੇ ਵਿੱਚ, ਵੀ ਜੋ ਵੀ ਗ੍ਰੰਥ ਸਾਹਿਬ ਤੁਹਾਡੇ ਉਹ ਲੈ ਗਏ ਨੇ, ਕੋਈ ਵੀ ਲੈ ਗਿਆ, ਸਾਨੂੰ ਗ੍ਰੰਥ ਸਾਹਿਬ ਇੱਥੇ ਚਾਹੀਦੇ ਨੇ। ਆਂਦਾ ਵੀ ਜੇ ਇਹ ਗੱਲ ਹੈ ਤੇ ਫਿਰ ਜ਼ੋਰ ਲਾ ਲਿਆ ਜੀ, ਤੁਹਾਨੂੰ ਗ੍ਰੰਥ ਸਾਹਿਬ ਨਹੀਂ ਮਿਲਦਾ। ਇਹ ਵਰਡਿੰਗ ਸੀ ਉਹਨਾਂ ਦੀ ਵੀ ਤੁਸੀਂ ਜ਼ੋਰ ਲਾ ਲਿਆ ਜੇ ਵੀ ਤੁਹਾਨੂੰ ਗ੍ਰੰਥ ਸਾਹਿਬ ਨਹੀਂ ਮਿਲਦਾ, ਠੀਕ ਹੈ ਨਾ ਜੀ। ਤੇ ਇਸ ਤੋਂ ਬਾਅਦ ਫਿਰ ਅਸੀਂ ਉੱਥੋਂ ਆ ਗਏ। ਵਾਹਵਾ ਉਹਨਾਂ ਬੋਲਚਾਲ ਕੀਤੀ ਸਾਡੇ ਨਾਲ, ਬਦਤਮੀਜ਼ੀ ਕਰਦੇ ਰਹੇ ਨੇ। ਉਹ ਕਿਹਾ ਜਾ ਰਿਹਾ ਸੀਗਾ ਕਿ 1500 ਦੀ ਕਿਤਾਬ ਹੀ ਤਾਂ ਹੈ, ਅਸੀਂ ਹੋਰ ਲੈ। ਉਹ ਇੱਕ ਵਿਅਕਤੀ ਸੀਗਾ, ਉਹਨਾਂ ਨੇ ਵੱਲੋਂ ਕਿਹਾ ਗਿਆ ਸੀ ਕਿ 1000-1500 ਦੀ ਕਿਤਾਬ ਹੀ ਇਹ ਹੋਰ ਲਿਆ ਦਾਂਗੇ, ਇੰਨੀ ਕਿਹੜੀ ਨਾਰਾਜ਼ਗੀ ਹੈ ਜੀ। ਹਾਂ ਤੇ ਇਹ ਤਾਂ ਮੰਨ ਲਓ ਜਿਨ੍ਹਾਂ ਦੇ ਵਿਚਾਰ ਨੇ ਕਿਤਾਬ ਤੱਕ ਨੇ ਤੇ ਉਹ ਫਿਰ ਬੇਦਬੀ ਜੀ, ਇਦੋਂ ਬਾਅਦ ਕੀ ਬੇਦਬੀ ਹੁੰਦੀ ਜੀ। ਪਰ ਅਸੀਂ ਆਮ ਦੇਖੀਏ ਕੋਈ ਚੋਰ ਵੀ ਹੋਵੇ, ਡਾਕੂ ਵੀ ਹੋਵੇ, ਉਹਦੇ ਤੇ ਜੇ ਇਹ FIR ਕੱਟੀ ਜਾਵੇ ਤਾਂ ਅਰੈਸਟਿੰਗ ਹੋ ਜਾਂਦੀ ਹੈ। ਫਿਰ ਇਹ ਤਾਂ ਐਡੀ ਵੱਡੀ ਬਿਲਕੁਲ ਜੀ, ਆਮ ਪਰਚਾ ਕੋਈ ਵੀ ਆਮ ਆਦਮੀ ਰਿਪੋਰਟ ਵੀ ਛੋਟੀ ਜਿਹੀ ਕਰ ਆਇਆ ਤੇ ਕਾਰਵਾਈ ਹੋ ਜਾਂਦੀ। ਇਸ ਮਹੰਤ ਦੇ ਉੱਤੇ ਹੁਣ ਤੱਕ 4 ਧਾਰਾਵਾਂ ਲੱਗ ਚੁੱਕੀਆਂ ਨੇ। ਸਭ ਤੋਂ ਵੱਡੀ ਧਾਰਾ ਜਿਹੜੀ 295 ਇਹ ਹੈ ਜੀ, ਉਹਦੇ ਤਹਿਤ ਪਰਚਾ ਕੱਟਿਆ ਗਿਆ। ਫਿਰ ਵੀ ਇਹ ਕਰਨਾਲ ਦੇ ਵਿੱਚ ਖੁੱਲ੍ਹੇਆਮ ਘੁੰਮ ਰਿਹਾ। ਪ੍ਰਸ਼ਾਸਨ ਦੀ ਇੰਨੀ ਕਮੀ ਹੈ ਜੀ, ਬਿਲਕੁਲ ਇਹਨੂੰ ਅਰੈਸਟਿੰਗ ਨਹੀਂ, ਕੋਈ ਕੁਛ ਨਹੀਂ, ਖੁੱਲ੍ਹੇਆਮ ਘੁੰਮ ਰਿਹਾ, ਇਹਨੂੰ ਕਿਸੇ ਦਾ ਡਰ ਭੋ ਨਹੀਂ ਹੈਗਾ। ਇਹ ਹਿਸਾਬ ਲਾ ਲਓ ਵੀ ਜੇ ਕੱਲ ਨੂੰ ਇਹ ਕਿਤੇ ਵੀ ਆਸੇ-ਪਾਸੇ ਜਾਂ ਫਰਾਰ ਵਗੈਰਾ ਹੁੰਦਾ ਤੇ ਇਹਦੇ 'ਚ ਪ੍ਰਸ਼ਾਸਨ ਦਾ ਹੱਥ ਹੋਏਗਾ। ਤੁਹਾਡੇ ਨਾਲ ਪੁਲਿਸ ਪ੍ਰਸ਼ਾਸਨ ਜਾਂਦਾ ਤੇ ਉਹਨਾਂ ਦੇ ਸਾਹਮਣੇ ਵੀ ਐਡੀ ਵੱਡੀ ਗੱਲ ਕਹੀ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਬਾਰੇ। ਕਿਵੇਂ ਮਤਲਬ ਜੀ? ਹਾਂਜੀ ਉਹ ਗੱਲ ਕਹੀ ਗਈ ਸੀ ਪੁਲਿਸ ਪ੍ਰਸ਼ਾਸਨ ਸੀ। ਤੁਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਜਾਂਦੇ ਹੋ ਵੀ ਸਰੂਪ ਸਾਨੂੰ ਇੱਥੇ ਚਾਹੀਦੇ ਆ, ਪਰ ਫਿਰ ਵੀ ਇਹ ਗੱਲ ਉਹਨਾਂ ਦੇ ਵਗੋਂ ਵਰਡਿੰਗ ਸੀ ਵੀ ਤੁਸੀਂ ਜ਼ੋਰ ਲਾ ਲਿਆ ਜੇ ਐਵੇਂ ਤੇ ਫਿਰ ਨਹੀਂ ਮਿਲਦੇ ਹੁੰਦੇ। ਬਿਲਕੁਲ ਅਸੀਂ ਦੋਵੇਂ ਹੀ ਸਾਂ ਜੀ ਨਾਲ। ਜਦੋਂ ਅਸੀਂ ਉਹਨਾਂ ਨੂੰ ਘਰ ਲੈ ਗਏ ਆ, ਉਹਨਾਂ ਦੀ ਇਹੀ ਵਰਡਿੰਗ ਸੀ ਵੀ ਜੇ ਤੁਸੀਂ ਜ਼ੋਰ ਲਾ ਲਓ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਮਿਲਣਗੇ। ਫਿਰ ਅਸੀਂ ਵੀ ਅਗਲੇ ਦਿਨ ਸਰੂਪ, ਜਿਵੇਂ ਸੰਗਤ ਇਕੱਠੀ ਹੋਈ ਤਾਂ ਉਹਨਾਂ ਸਰੂਪ ਇੱਕ ਦੀ ਬਜਾਏ 3 ਸਰੂਪ ਦਿੱਤੇ ਨੇ ਸਾਨੂੰ। ਇੱਕ ਤੇ ਜੋ ਨਗਲਾ ਮੇਘਾ ਵਾਲਾ ਹੈ ਜੀ, 2 ਉਹਨਾਂ ਦੇ ਆਸ਼ਰਮ 'ਚੋਂ ਬਰਾਮਦ ਹੋਏ ਨੇ। ਤੇ ਉਹ ਵੇਖ ਲਓ ਵੀ ਇੱਕ ਦੀ ਗੱਲ ਕਰਦੇ ਹਨ, ਚਲੋ ਮਹਾਰਾਜ ਨੇ ਕਿਰਪਾ ਕੀਤੀ 2 ਸਰੂਪ ਦੀ ਹੋਰ ਸੇਵਾ ਮਿਲੀ। ਹੁਣ ਸੰਗਤ ਵੱਲੋਂ ਹੀ
ਕਾਰਵਾਈ ਹੈ ਜੀ, ਮਤਲਬ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਅਰੈਸਟਿੰਗ ਹੋਵੇ ਤੇ ਸੰਗਤ ਦਾ ਥੋੜਾ ਜਿਹਾ ਰੋਸ਼ ਘੱਟ ਹੋਵੇ। ਇਹ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਤੁਹਾਨੂੰ ਕੀ ਲੱਗਦਾ ਜੇ ਇਹਨਾਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਹੋਰਾਂ ਦੇ ਵੀ ਹੌਸਲੇ ਵੱਧ ਸਕਦੇ ਆ, ਹੋਰ ਵੀ ਇਸ ਤਰੀਕੇ ਦੇ ਨਾਲ ਬਿਲਕੁਲ ਜੀ, ਐਵੇਂ ਦੀਆਂ ਘਟਨਾਵਾਂ ਪਹਿਲਾਂ ਵੀ ਹੋਈਆਂ ਨੇ। ਅਗਰ ਐਵੇਂ ਦੇ ਮਹੰਤ ਨੂੰ ਹੁਣ ਅਸੀਂ ਮਾਫੀ ਦੇ ਕੇ ਛੱਡ ਦਿੰਦੇ ਆ ਤੇ ਕੱਲ ਨੂੰ ਹੋਰਾਂ ਦੇ ਹੌਸਲੇ ਬਹੁਤ ਜ਼ਿਆਦਾ ਵਧਣਗੇ। ਉਹਨਾਂ ਨੂੰ ਇਹ ਹੋ ਜਾਏਗਾ ਵੀ ਇਹਨਾਂ ਦੇ ਮਤਲਬ ਕਾਰਵਾਈ ਤੇ ਕੋਈ ਕੁਝ ਕਰ ਤਾਂ ਸਕਦੇ ਨਹੀਂ ਤੇ ਖੁੱਲ੍ਹੇਆਮ ਘੁੰਮ ਰਿਹਾ ਜੀ। ਅਗਰ ਇਹਨੂੰ ਠੱਲ ਪੈ ਜਾਏਗੀ ਤੇ ਕੱਲ ਨੂੰ 2-4 ਜਣਿਆਂ ਨੂੰ ਹੋਰ ਨੂੰ ਵੀ ਕੰਨ ਹੋ ਜਾਣਗੇ ਵੀ ਮਹਾਰਾਜ ਦਾ ਸਤਿਕਾਰ ਕਰਨਾ ਬਣਦਾ ਹੈ ਤੇ ਕੱਲ ਨੂੰ ਕੋਈ ਵੀ ਐਕਸ਼ਨ ਲਾਂਗੇ ਤੇ ਸਾਡੇ ਤੇ ਕਾਰਵਾਈ ਹੋ ਸਕਦੀ ਹੈ। ਬਸ ਇਹੀ ਬੇਨਤੀ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਜੀ, ਨਹੀਂ ਤੇ ਫਿਰ ਗੁਰਜੰਟ ਸਿੰਘ ਵੀਰ ਦੀ ਕਾਲ ਦੇ ਉੱਤੇ 25 ਤਰੀਕ ਨੂੰ ਅਸੀਂ ਭਾਰੀ ਸੰਗਤ ਸੱਦ ਕੇ ਡੀਸੀ ਸਾਹਿਬ ਦੇ ਘਰਾ ਕਰਾਂਗੇ, ਭੁੱਖ ਹੜਤਾਲ ਤੇ ਬੈਠਾਂਗੇ। ਅੱਗੇ ਜੋ ਵੀ ਕੋਲ ਹੋਏਗੀ ਅਸੀਂ ਵੀਰ ਦੇ ਨਾਲ ਆ, ਸੰਗਤ ਸਾਰੀ ਨਾਲ ਹੈ ਉਹਨਾਂ ਦੇ। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਸਿੱਖ ਸੰਗਤ ਇਕੱਠੀ ਹੋਈ ਆ ਔਰ 25 ਤਰੀਕ ਦੀ ਵੱਡੀ ਕਾਲ ਦਿੱਤੀ ਜਾ ਰਹੀ ਹੈ ਕਿ ਅਸ਼ੋਕ ਨਾਥ ਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ, ਕਿਉਂਕਿ FIR ਦਰਜ ਹੋ ਜਾਂਦੀ ਆ। ਪਰ ਸਿੱਖ ਸੰਗਤ ਨੇ ਇੰਨੇ ਵੱਡੇ ਕਹਿ ਸਕਦੇ ਪੱਧਰ ਤੇ ਤੁਸੀਂ ਦੇਖ ਸਕਦੇ ਮਧੂਬਨ ਥਾਣਾ ਵੀ ਘੇਰਿਆ ਤਾਂ ਜੋ ਕਾਰਵਾਈ ਕਰਕੇ ਉਹਦੀ ਅਰੈਸਟਿੰਗ ਕੀਤੀ ਜਾਵੇ, ਪਰ ਅਜੇ ਤੱਕ ਇਨਸਾਫ ਜਿਹੜਾ ਉਹ ਮਿਲਦਾ ਨਜ਼ਰ ਨਹੀਂ ਆ ਰਿਹਾ। ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ, ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜੀ ਅਪਡੇਟ ਹੁੰਦੀ ਹੈ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗੇ। ਤਦ ਤੱਕ ਲਈ ਜੁੜੇ ਰਹੋ, ਧੰਨਵਾਦ।